ਇਕੱਠੇ ਹੋਏ ਆ ਸਾਰੇ ਵਰਕਰ ਸਾਹਿਬਾਨ, ਤੁਸੀਂ ਕੀ ਦੋ ਸ਼ਬਦ ਕਹਿਣਾ ਚਾਹੋਗੇ, ਕਿਸ ਲਈ ਇਕੱਠੇ ਹੋਏ? ਅਸੀਂ ਤਾਂ ਜਿਹੜੇ ਨਗਰ ਪੰਚਾਇਤਾਂ ਦੇ ਇਲੈਕਸ਼ਨਾਂ ਦਾ ਬਿਗਲ ਵੱਜਾ 14 ਫਰਵਰੀ ਨੂੰ, ਉਸ ਸੰਬੰਧ ਦੇ ਵਿੱਚ ਅਸ਼ਵਨੀ ਕੁਮਾਰ ਪਿੰਟੂ ਜੀ ਨੇ ਮੀਟਿੰਗ ਸੱਦੀ ਸੀ। ਉਹਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਦੀ ਕਰੀਮ ਇਕੱਠੀ ਹੋਈ ਹੈ, ਉਹਨਾਂ ਨੇ ਆਪਦੇ ਵਿਚਾਰ ਦਿੱਤੇ, ਅਸੀਂ ਵੀ ਦਿੱਤੇ। ਅਸੀਂ ਤਾਂ ਲੋਕਾਂ ਨੂੰ ਇੱਕੋ ਹੀ ਬੇਨਤੀ ਕਰਨੀ ਹੈ ਕਿ ਤੁਸੀਂ ਕਾਂਗਰਸ ਦੇ MLA ਨੂੰ ਪਰਖ ਲਿਆ ਤੇ ਜੈਸਦਾਰ ਤੋਤਾ ਸਿੰਘ ਨੂੰ ਪਰਖ ਲਿਆ, ਤੇ ਹੁਣ ਤੁਸੀਂ ਜੈਸਦਾਰ ਤੋਤਾ ਸਿੰਘ ਦੀ ਟੀਮ ਨੂੰ ਭਾਰੀ ਬਹੁਮਤ ਵੋਟਾਂ ਪਾ ਕੇ ਜਿਤਾਉਣਾ, ਤੇ ਜਿਨ੍ਹਾਂ ਨੇ ਘਪਲੇ ਕੀਤੇ ਆ, ਧੱਕੇਸ਼ਾਹੀਆਂ ਕੀਤੀਆਂ, ਲੋਕਾਂ ਨੂੰ ਲੁੱਟਿਆ ਕੁੱਟਿਆ, ਉਹਨਾਂ ਨੂੰ ਭਜਾਉਣਾ। ਇਕੱਠੇ ਹੋਏ ਆ ਕਿਸ ਵਾਸਤੇ ਇਕੱਠੇ ਹੋਏ? ਦੇਖੋ ਜਿਹੜੀ ਉਹ ਨਗਰ ਪੰਚਾਇਤ ਦੀਆਂ ਚੋਣਾਂ ਵਾਸਤੇ ਡੇਟ ਦਾ ਐਲਾਨ ਕੀਤਾ ਗਿਆ ਹੈ 14 ਫਰਵਰੀ ਦਾ, ਉਸ ਦੇ ਸੰਬੰਧ ਵਿੱਚ ਅੱਜ ਸਾਡੇ ਪ੍ਰਧਾਨ ਪਿੰਡ ਅਸ਼ਵਨੀ ਕੁਮਾਰ ਪਿੰਟੂ ਜੀ ਨੇ ਮੀਟਿੰਗ ਸੱਦੀ ਸੀ ਸ਼ਹਿਰ ਨਿਵਾਸੀਆਂ ਦੀ, ਔਰ ਸਾਰੇ ਹੀ ਸ਼ਹਿਰ ਵੱਲੋਂ ਬਹੁਤ ਹੀ ਵੱਧ ਚੜ੍ਹ ਕੇ ਹਿੱਸਾ ਲਿਆ ਗਿਆ ਹੈ। ਸੈਂਕੜੇ ਤਾਦਾਦ ਵਿੱਚ ਇੱਥੇ ਵਰਕਰ ਔਰ ਸ਼ਹਿਰ ਨਿਵਾਸੀ ਇਸ ਮੀਟਿੰਗ ਵਿੱਚ ਸ਼ਾਮਲ ਹੋਏ ਆ, ਔਰ ਉਹਨਾਂ ਨੇ ਆਪੋ ਆਪਣੇ ਸੁਝਾਅ ਦਿੱਤੇ ਆ, ਔਰ ਸਭ ਨੇ ਹੀ ਬਹੁਤ ਉਤਸ਼ਾਹ ਨਾਲ ਇਸ ਇਲੈਕਸ਼ਨ ਵਿੱਚ ਹਿੱਸਾ ਲੈਣ ਦਾ ਹਾਮੀ ਭਰੀ ਹੈ। ਔਰ ਸਾਰੇ ਹੀ ਸ਼ਹਿਰ ਦੀ ਕਰੀਮ ਜੋ ਵੱਡੇ ਵੱਡੇ ਦੁਕਾਨਦਾਰ ਸਭ ਮੇਰੇ ਵੀਰ ਆਏ ਸਨ, ਉਹਨਾਂ ਸਾਰਿਆਂ ਨੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਕੈਂਡੀਡੇਟਾਂ ਨੂੰ 13 ਦੇ 13 ਕੈਂਡੀਡੇਟਾਂ ਨੂੰ ਜਿਤਾਉਣ ਦਾ ਭਰੋਸਾ ਦਿੱਤਾ ਹੈ। ਰਾਣਾ ਜੀ, ਤੁਸੀਂ ਕੀ ਦੋ ਸ਼ਬਦ ਕਹਿਣਾ ਚਾਹੋਗੇ? ਅੱਜ ਇੱਥੇ ਆਪਾਂ ਇਕੱਠੇ ਹੋਏ ਆ, ਕਿਸ ਵਾਸਤੇ ਇਕੱਠੇ ਹੋਏ ਜੀ? ਅੱਜ ਜਿਹੜੀਆਂ 14 ਫਰਵਰੀ ਨੂੰ ਨਗਰ ਪੰਚਾਇਤ ਦੀਆਂ ਚੋਣਾਂ ਹੋਣ ਜਾ ਰਹੀਆਂ, ਉਹਦੇ ਵਿੱਚ ਸਾਡੇ ਪ੍ਰਧਾਨ ਜੀ ਨੇ ਕਿਹਾ ਸੀ ਵੀ ਆਪਾਂ ਸਾਰੇ ਸ਼ਹਿਰ ਵਾਸੀਆਂ ਨਾਲ ਸੱਦ ਕੇ ਤੇ ਸ਼੍ਰੋਮਣੀ ਅਕਾਲੀ ਦਲ ਨਾਲ ਵੀ ਰਾਏ ਮਸ਼ਵਰਾ ਕਰਨਾ ਹੈ ਕਿ ਆਉਣ ਵਾਲੇ ਇਲੈਕਸ਼ਨ ਜਿਹੜੇ ਆ ਉਹ ਤਨਦੇਹੀ ਨਾਲ ਅਸੀਂ ਸਾਰੇ ਆਪਣੇ ਜਿੰਨੇ ਕੈਂਡੀਡੇਟ ਸ਼੍ਰੋਮਣੀ ਅਕਾਲੀ ਦਲ ਦੇ ਖੜੇ ਆ ਉਹਨਾਂ ਨੂੰ ਇਹ ਲਾਭਬੰਦ ਕੀਤਾ ਵੀ ਤਗੜੇ ਹੋ ਕੇ ਇਲੈਕਸ਼ਨ ਲੜੋ ਤੇ ਜਥੇਦਾਰ ਜੀ ਦੇ ਹੱਥ ਮਜ਼ਬੂਤ ਕਰੋ, ਕਿਉਂਕਿ 22 ਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਆਉਣੀ ਹੈ। ਤੇ ਉਸ ਸਮੇਂ ਜਿਹੜਾ ਰਹਿੰਦਾ ਵਿਕਾਸ ਵੀ ਅੱਗੇ ਵੀ ਤੁਹਾਨੂੰ ਵਿਕਾਸ ਦਾ ਪਤਾ ਵੀ ਜਥੇਦਾਰ ਜੀ ਨੇ ਜਿੰਨਾ ਵਿਕਾਸ ਕੀਤਾ ਕਿਸੇ ਨਹੀਂ ਹੁੰਦਾ, ਜਿਹੜਾ ਰਹਿੰਦਾ ਹੈ ਬਾਕੀ ਕਸਰ 2022 ਚ ਕਰ ਦਿਆਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਤੁਹਾਡੇ ਹੱਥ ਰਾਜ ਆਉਣਾ ਹੈ, ਸੋ ਜੇ ਰਾਜ ਆਉਣਾ 1 ਸਾਲ ਦੇ ਵਿੱਚ ਅਜੇ ਇਲੈਕਸ਼ਨ ਹੋਣਾ, ਇਲੈਕਸ਼ਨ ਤੋਂ ਬਾਅਦ ਇਕੱਠੇ ਕਰਦਿਆਂ ਤੁਰਦਿਆਂ ਨੂੰ ਜਦੋਂ ਸਰਕਾਰ ਆ ਜਾਣੀ। ਸਰਕਾਰ ਮੈਂ ਸ਼ੋਰ ਕਹਿਣਾ ਕਿ ਅਕਾਲੀ ਦਲ ਦੀ ਸਰਕਾਰ ਆ ਰਹੀ ਹੈ। ਜੇ ਅੱਜ ਆਪਾਂ ਅਕਾਲੀ ਦਲ ਦੇ ਬੰਦਿਆਂ ਨੂੰ ਅੱਗੇ ਲੈ ਕੇ ਆਵਾਂਗੇ ਤਾਂ ਜਿਹੜੀ ਕੋਈ ਡਿਵੈਲਪਮੈਂਟ ਰਹਿੰਦੀ ਆ ਕੋਟੀ ਸੇਖਾਂ ਦੀ, ਉਹ ਡਿਵੈਲਪਮੈਂਟ ਵੀ ਹੋਊਗੀ। ਸੋ ਬੇਗੁਨਾਹ ਹੋ ਕੇ ਨਿਕਲੇ ਆ, ਔਰ ਮੈਂ ਇੱਕ ਵਾਰ ਫਿਰ ਤੋਂ ਤੁਹਾਨੂੰ ਸਾਰਿਆਂ ਨੂੰ ਜਿੱਤ ਧੰਨਵਾਦ ਦਿੰਦਾ। ਮੈਨੂੰ ਇਹ ਯਕੀਨ ਹੈ ਕਿ ਜਿੱਦਾਂ ਪਹਿਲਾਂ ਤੁਸੀਂ ਤਨ ਮਨ ਧਨ ਦੇ ਨਾਲ ਪਾਰਟੀ ਦੀ ਵੀ ਔਰ ਸ਼ਹਿਰ ਦੀ ਖਾਤਰ ਵੀ, ਕਿਉਂਕਿ ਪਾਰਟੀਆਂ ਦੇ ਵਿੱਚ ਕਈ ਵਾਰੀ ਵਿਚਾਰ ਅਲੱਗ-ਅਲੱਗ ਹੋ ਸਕਦੇ ਨੇ, ਇਹ ਇਲੈਕਸ਼ਨ ਜਿਹੜਾ ਹੁੰਦਾ ਪਾਰਟੀ ਨਾਲੋਂ ਵੀ ਉੱਪਰ ਹੁੰਦਾ ਹੈ, ਕਿਉਂਕਿ ਤੁਹਾਡੇ ਸ਼ਹਿਰ ਦੀ ਤੁਸੀਂ ਆਪਦੀ ਸਰਕਾਰ ਚੁਣੀ ਹੁੰਦੀ ਹੈ, ਜਿਹਦੇ ਕੋਲੋਂ ਆਪਾਂ ਦਿਨ ਰਾਤ ਕੰਮ ਲੈ ਸਕੀਏ, ਜੋ ਸ਼ਹਿਰ ਦਾ ਭਲਾ ਚਾਹੁਣ ਵਾਲੇ ਆਪਾਂ। ਹਾਂਜੀ ਭਾਜੀ, ਇੱਕ ਮਿੰਟ ਮੈਂ ਵੀਡੀਓ ਬਣਾਉਂਦਾ ਕੱਲ ਦਾ। ਇਹਨਾਂ ਦਾ ਬਰਥਡੇ ਕਹਿੰਦਾ ਹੈ ਫੇਸਬੁੱਕ ਤੇ ਆਪਣੇ ਉਹ ਗਲੀ ਵਾਲੇ ਉਹਨਾਂ ਦਾ ਨਾ ਚੇਤਨ ਦਾ। ਪ੍ਰਧਾਨ ਜੀ, ਜੋ ਅੱਜ ਆਪਾਂ ਇੱਥੇ ਇਕੱਠ ਰੱਖਿਆ, ਕਿਸ ਵਾਸਤੇ ਰੱਖਿਆ ਔਰ ਕਿਵੇਂ? ਅੱਜ ਰਾਮਕ ਪਿੰਡ ਬੰਦ ਕਰੀ ਆਏ ਇਕੱਠੇ ਹੋ ਕੇ ਦੁਕਾਨਦਾਰ ਅੰਮ੍ਰਿਤਸਰ ਰੋਡ ਤੇ ਜਦੋਂ ਰੋਡ ਬਣਨੀ ਸੀ ਤੇ ਉੱਥੇ ਨਕਸ਼ਾ ਪਾਸ ਹੋ ਗਿਆ ਤੇ 12-12, 15-15 ਫੁੱਟ ਦੁਕਾਨਾਂ ਢਹਿੰਦੇ ਸੀ ਸਾਰੀਆਂ, ਤੇ ਸਾਰੇ ਮੇਰੇ ਕੋਲ ਇਕੱਠੇ ਹੋ ਕੇ ਆ ਗਏ। ਮੈਨੂੰ ਯਾਦ ਆ ਸ਼ਾਇਦ ਰਾਤ ਦਾ ਸਮਾਂ ਸੀ, 8:30-9 ਵਜੇ, ਤੇ ਮੈਂ ਜਦੋਂ ਮੈਨੂੰ ਉਹਨੇ ਆ ਕੇ ਦੱਸੀ ਗੱਲ ਤੇ ਮੈਨੂੰ ਆਪ ਨੂੰ ਲੱਗਾ ਵੀ ਬੜਾ ਵੱਡਾ ਕੰਮ ਹੈ, ਤੇ ਮੈਂ ਜਥੇਦਾਰ ਜੀ ਨੂੰ ਕਹੂੰਗਾ ਕਿਵੇਂ ਵੀ ਇਹ ਕੰਮ ਹੋਣ ਵਾਲਾ ਨਹੀਂ ਹੈ, ਕਈ ਸਰਕਾਰ 'ਚ ਨਹੀਂ ਹੈਗੇ। ਤੇ ਫਿਰ ਮੈਂ ਕਿਹਾ ਮਨਾ ਇਹ ਆਏ ਨੇ ਤੇ ਕਹਿਣਗੇ ਪਿੰਟੂ ਸਾਡੇ ਨਾਲ ਫੋਨ ਵੀ ਨਹੀਂ ਕਰਦਾ ਜਥੇਦਾਰ ਜੀ ਨੂੰ, ਜਾਂ ਕਿਵੇਂ ਤਾਂ ਸਹੀ ਵੀ। ਚਲੋ ਮੈਂ ਡਰਦੇ ਡਰਦੇ ਫੋਨ ਆਇਆ ਜਥੇਦਾਰ ਜੀ, ਮੈਂ ਜਥੇਦਾਰ ਜੀ ਕਹਿੰਦਾ ਦੁਕਾਨਦਾਰ ਇਕੱਠੇ ਹੋ ਕੇ ਆਏ ਆ ਵੀ 40-50 ਦੁਕਾਨਾਂ ਦਾ ਮਸਲਾ, 60-70 ਦੁਕਾਨਾਂ ਦਾ, ਤੇ ਵੀ ਆਹ ਦੁਕਾਨਾਂ ਢਹਿ ਜਾਣੀਆਂ ਤੇ ਰੋਜ਼ਗਾਰ ਤੱਕ ਵੀ ਉਹ ਫਿਰ ਚੱਲਦਾ ਹੈ। ਤੇ ਮੈਨੂੰ ਕਹਿੰਦੇ ਵੀ ਤੁਸੀਂ ਐਂ ਕਰੋ ਕਿ ਸਵੇਰੇ ਫਿਰ ਇੱਥੇ ਆ ਜਾਓ ਮੋਗੇ। ਚਲੋ ਜੀ, ਸਾਰੇ ਅਸੀਂ ਸਵੇਰੇ ਮੈਂ ਟਾਈਮ ਦਿੱਤਾ ਤੇ ਅਸੀਂ ਸਾਰੇ 7-8 ਗੱਡੀਆਂ ਲੈ ਕੇ 40-45 ਜਣੇ ਜਾਂਦੇ ਸੀ ਕੋਠੀ ਚਲੇ ਗਏ। ਕੋਠੀ ਚਲੇ ਗਏ ਤੇ ਉੱਥੇ ਚਲੋ ਚਾਹ ਚੂ ਆ ਗਈ, ਸਾਡੇ ਪੀਣ ਲੱਗ ਪਏ। ਕਹਿੰਦੇ ਜੀ ਕਹਿੰਦੇ ਦੱਸੋ ਕਿਵੇਂ ਆਏ? ਦੱਸਿਆ ਸਾਰੇ ਇਹਨਾਂ ਨੇ ਦੱਸਿਆ ਤੇ ਮੰਮੀ ਦੱਸਿਆ ਕਿ ਆਹ ਗੱਲ ਹੈ।
ਉੱਥੇ ਬੈਠੇ ਬੈਠੇ ਜੈਦਾ ਜੀ ਨੇ ਫੋਨ ਲਾ ਲਿਆ। ਹੋਰ ਵੀ ਜਿੰਨੀ ਆਪਣੇ ਸ਼ਹਿਰ ਦੀ ਕਰੀਮ ਬੈਠੀ ਆ, ਮੈਂ ਸਾਰਿਆਂ ਨੂੰ ਆਪਣੇ ਤਹਿ ਦਿਲੋਂ ਅਕਾਲੀ ਦਲ ਪਾਰਟੀ ਵੱਲੋਂ ਤੇ ਆਪਣੇ ਵੱਲੋਂ ਜੀ ਆਇਆਂ ਕਹਿੰਦਾ। ਸਾਰਿਆਂ ਦਾ ਧੰਨਵਾਦ ਕਰਦਾ ਹਾਂ ਤੇ ਸਾਰਿਆਂ ਤੋਂ ਇਸ ਪਾਰਟੀ ਦੇ ਜਿੰਨੇ ਵੀ ਕੈਂਡੀਡੇਟ ਦਿੱਤੇ ਜਾਣਗੇ ਉਹਨਾਂ ਦੇ ਉੱਤੇ ਤੁਹਾਡਾ ਆਸ਼ੀਰਵਾਦ ਚਾਹੁੰਦਾ ਹਾਂ। ਸੋ ਮੈਂ ਸਾਰਿਆਂ ਤੋਂ ਇਹ ਆਸ ਕਰਦਾ ਹਾਂ, ਮੰਗ ਕਰਦਾ ਹਾਂ, ਝੋਲੀ ਅੱਡ ਕੇ ਮੰਗ ਕਰਦਾ ਹਾਂ ਕਿ ਸਾਡੀ ਦੁਬਾਰਾ ਇਸ ਟੀਮ ਨੂੰ ਅੱਗੇ ਲਿਆ ਕੇ ਤੁਹਾਡੇ ਸਾਹਮਣੇ ਪ੍ਰਤੱਖ ਦਿਸ ਰਿਹਾ ਹੈ ਕਿ ਸ਼ਹਿਰ ਦਾ ਕਿੰਨਾ ਵਿਕਾਸ ਹੋਇਆ ਹੈ। ਤਾਂ ਉਸੇ ਤਰ੍ਹਾਂ ਹੀ ਉਦੋਂ ਵੀ ਜ਼ਿਆਦਾ ਉਤਸ਼ਾਹ ਨਾਲ ਕੰਮ ਹੋਊਗਾ, ਇਹ ਤੁਹਾਨੂੰ ਮੈਂ ਵਿਸ਼ਵਾਸ ਦਿਵਾਉਂਦਾ ਹਾਂ। ਤੇ ਨਾਲ ਹੀ ਤੁਹਾਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਡਟ ਕੇ ਕਿਸੇ ਤੋਂ ਵੀ ਡਰਨਾ ਕੁਛ ਨਹੀਂ ਵਿਗਾੜ ਸਕਦੇ। ਸਾਡੇ ਬੱਚੇ ਤੇ ਵੇਖ ਲਓ ਕਿੰਨਾ ਕੁਝ ਹੋਇਆ, ਕਿੰਨੇ ਜ਼ੁਲਮ ਹੋਏ ਆ, ਇੱਥੇ ਤੁਰਿਆ ਫਿਰਦਾ ਤੁਹਾਡੀ ਅੱਖਾਂ ਦੇ ਸਾਹਮਣੇ। ਇਹ ਜਿਨ੍ਹਾਂ ਨੇ ਅਤਿਆਚਾਰ ਕੀਤੇ ਆ ਉਹਨਾਂ ਨੂੰ ਭੁਗਤਣੇ ਪੈਣੇ ਆ, ਇਹ ਵੀ ਤੁਹਾਨੂੰ ਮੈਂ ਦੱਸ ਦਿਆਂ। ਸੋ ਮੈਂ ਇੱਕ ਵਾਰ ਤੁਹਾਨੂੰ ਸਾਰਿਆਂ ਨੂੰ ਦੁਬਾਰਾ ਬੇਨਤੀ ਕਰਦਾ ਹਾਂ ਕਿ ਤੁਸੀਂ ਇਸ ਪਾਰਟੀ ਦੇ ਸਿਰ ਤੇ ਮਿਹਰ ਹੱਥ ਰੱਖੋ, ਇਹਨਾਂ ਨੂੰ ਜਿਤਾਓ, ਸੇਵਾ ਦਾ ਮੌਕਾ ਦਿਓ ਤੇ ਸ਼ਹਿਰ ਦਾ ਵਿਕਾਸ ਕਰੋ। ਸਭ ਦਾ ਧੰਨਵਾਦ, ਸਭ ਨੂੰ ਜੀ ਹੈ। ਸਾਡੇ ਸਤਿਕਾਰਯੋਗ ਮਾਸਟਰ ਜੀ, ਪ੍ਰਧਾਨ ਜੀ, ਮੇਰੇ ਨਗਰ ਦੇ ਬਹੁਤ ਹੀ ਪਤਵੰਤੇ ਸੱਜਣ, ਸਤਿਕਾਰਯੋਗ ਪ੍ਰੈਸ ਰਿਪੋਰਟਰ ਸਾਹਿਬਾਨ, ਜਿੰਨੇ ਵੀ ਮੇਰੇ ਵੀਰ ਇੱਥੇ ਬੈਠੇ ਹਨ, ਇੱਥੇ ਆਉਣ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿਕਾਰਯੋਗ ਸ਼ਹਿਰ ਨਿਵਾਸੀਓ, ਇਲਾਕਾ ਨਿਵਾਸੀ ਮੇਰੇ ਵੀਰੋ, ਅੱਜ ਚੋਣਾਂ ਦਾ ਇਹ ਗਗਨਦਮਾਮਾ ਵੱਜ ਚੁੱਕਾ ਹੈ, ਮੈਦਾਨ ਪੱਕ ਚੁੱਕਾ ਹੈ, ਕਿਉਂਕਿ ਡੇਟ ਫਿਕਸ ਹੋ ਗਈ ਹੈ 14 ਫਰਵਰੀ ਪੋਲਿੰਗ ਦੀ। ਇਸ ਇਲੈਕਸ਼ਨ ਦੇ ਵਿੱਚ ਆਪਾਂ ਸਾਰਿਆਂ ਨੇ ਇੱਕ ਮਿਸਾਲ ਕਾਇਮ ਕਰਨੀ ਹੈ ਭਾਈਚਾਰਕ ਸਾਂਝ ਦੀ। ਅਸੀਂ ਸਾਰੇ ਜੋ ਵੀ ਕੈਂਡੀਡੇਟ ਬਣਦੇ ਹਨ ਸ਼੍ਰੋਮਣੀ ਅਕਾਲੀ ਦਲ ਵੱਲੋਂ, ਜਿਨ੍ਹਾਂ ਦੇ ਨਾਂ ਸੁਣਦੇ ਹਨ, ਉਹ ਸਾਰਿਆਂ ਨੂੰ ਇੱਕ ਭਾਈਚਾਰਕ ਤੌਰ ਦੇ ਉੱਤੇ ਆਪਾਂ ਨਿਭਣਾ ਹੈ। ਸ਼ਹਿਰ ਦੇ ਨਾਲ, ਵਿਰੋਧੀ ਪਾਰਟੀਆਂ ਨਾਲ ਵੀ ਅਸੀਂ ਇਹੀ ਵਿਹਾਰ ਕਰਨਾ ਹੈ। ਉਹ ਬੇਸ਼ੱਕ ਕਰਨ, ਪਰ ਅਸੀਂ ਨਿਮਰਤਾ ਦਾ ਸਾਥ ਦੇਣਾ ਹੈ। ਆਹ ਦੇਖ ਲਓ, ਅਜੋਕੇ ਸਮੇਂ ਦੇ ਵਿੱਚ ਐਡਾ ਵੱਡਾ ਸੰਘਰਸ਼ ਚੱਲ ਰਿਹਾ ਹੈ, ਇਹ ਤੋਂ ਵੀ ਸਾਨੂੰ ਸੇਧ ਲੈਣ ਦੀ ਜ਼ਰੂਰਤ ਹੈ। ਜੇ ਨਿਮਰਤਾ ਵਿੱਚ ਉਹ ਸੰਘਰਸ਼ ਚੱਲ ਰਿਹਾ ਹੈ ਤੇ ਸਾਰੇ ਵਰਲਡ ਵਿੱਚ ਸ਼ੋਭਾ ਹੋ ਰਹੀ ਹੈ, ਅਸੀਂ ਵੀ ਇਸ ਗੱਲ ਦਾ ਪੱਲਾ ਫੜਨਾ ਹੈ। ਔਰ ਇਹ ਜੋ 13 ਦੀਆਂ 13 ਸੀਟਾਂ ਹਨ ਨਗਰ ਕੌਂਸਲ ਦੀਆਂ, ਇਹ ਜਿੱਤ ਕੇ ਸਤਿਕਾਰਯੋਗ ਜਥੇਦਾਰ ਜੀ ਦੀ ਝੋਲੀ ਵਿੱਚ ਪਾਉਣੀਆਂ ਹਨ, ਤਾਂ ਜੋ ਇਹ ਜੋ ਆਉਣ ਵਾਲਾ 2022 ਦਾ ਇਲੈਕਸ਼ਨ ਹੈ, ਇਹ ਉਸ ਦਾ ਮੁੱਢ ਹੈ। ਆਉਣ ਵਾਲੀ ਸਰਕਾਰ ਹੈ ਸ਼੍ਰੋਮਣੀ ਅਕਾਲੀ ਦਲ ਦੀ, ਇਹ ਸਾਹਮਣੇ ਲਿਖਿਆ ਹੈ, ਇਹ ਪੜ੍ਹ ਲੈਣਾ ਚਾਹੀਦਾ ਹੈ ਕਿ ਆਉਣ ਵਾਲੀ ਜੋ ਸਰਕਾਰ ਹੈ ਇਹ ਸ਼੍ਰੋਮਣੀ ਅਕਾਲੀ ਦਲ ਦੀ ਹੈ। ਔਰ ਤੁਹਾਡਾ ਸਭ ਦਾ ਮਾਣ ਸਤਿਕਾਰ, ਮੈਨੂੰ ਇਸ ਗੱਲ ਦਾ ਬਹੁਤ ਵਿਸ਼ਵਾਸ ਹੈ। ਔਰ ਜਥੇਦਾਰ ਜੀ ਨੇ ਜਿਸ ਦਾ ਵੀ ਹੱਥ ਫੜਿਆ ਹੈ, ਜਿਸ ਦੇ ਵੀ ਸਿਰ ਤੇ ਹੱਥ ਰੱਖਿਆ ਹੈ, ਉਸ ਨਾਲ ਕਦੇ ਧੱਕਾ ਨਹੀਂ ਹੋਣ ਦਿੱਤਾ, ਉਸ ਨੂੰ ਪੂਰਾ ਸਾਥ ਦਿੱਤਾ ਹੈ। ਇਹ ਜਥੇਦਾਰ ਜੀ ਦਾ ਰਿਕਾਰਡ ਹੈ। आओ दोस्तों, मेरे वीरों, वक्त आने पर बता देंगे तुझे है आसमान, अब से पहले क्या बताएं क्या हमारे दिल में है। वाहिगुरु जी का खालसा, वाहिगुरु जी की फतेह। ਪ੍ਰਧਾਨ ਜੀ, ਜੋ ਅੱਜ ਆਪਾਂ ਇੱਥੇ ਇਕੱਠ ਕੀਤਾ ਹੈ, ਕਿਸ ਲਈ ਕੀਤਾ, ਕਿੱਦਾਂ ਵਾਲਾ ਕੀਤਾ? 14 ਫਰਵਰੀ
2021 ਨੂੰ ਜਿਹੜੀ ਪੰਜਾਬ ਦੇ ਵਿੱਚ ਨਗਰ ਨਿਗਮ ਤੇ ਨਗਰ ਕੌਂਸਲਾਂ ਦੀ ਚੋਣ ਹੁੰਦੀ ਜਾ ਰਹੀ ਹੈ, ਉਹਦੇ ਸੰਬੰਧ ਦੇ ਵਿੱਚ ਅੱਜ ਅਸੀਂ ਇੱਥੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਸਾਹਿਬਾਨ ਔਰ ਸ਼ਹਿਰ ਵਾਸੀਆਂ ਦੇ ਨਾਲ ਮੀਟਿੰਗ ਕੀਤੀ ਹੈ ਔਰ ਅਸੀਂ ਜਨਤਾ ਦੇ ਚਰਨਾਂ ਦੇ ਵਿੱਚ ਵੀ ਅਪੀਲ ਕੀਤੀ ਹੈ ਕਿ ਅਸੀਂ ਆਪਣੇ ਕੀਤੇ ਹੋਏ ਕੰਮਾਂ ਦੇ ਕਾਰਨ ਤੁਹਾਡੀ ਕਚਹਿਰੀ ਦੇ ਵਿੱਚ ਦੁਬਾਰਾ ਵਾਪਸ ਆਏ ਹਾਂ ਔਰ ਜੇ ਅਸੀਂ ਇਮਾਨਦਾਰੀ ਤੇ ਤਨਦੇਹੀ ਦੇ ਨਾਲ ਪਹਿਲਾਂ ਆਪਣੀ ਸੇਵਾ ਨੂੰ ਨਿਭਾਇਆ ਜਾਂ ਨਿਭਾਉਣ ਦੀ ਕੋਸ਼ਿਸ਼ ਕੀਤੀ ਹੈ ਤਾਂ ਸਾਨੂੰ ਪੂਰਾ ਉਮੀਦ ਹੈ ਕਿ ਕੋਟ ਹਿੱਸੇ ਖਾਂ ਦੇ ਸਤਿਕਾਰਯੋਗ ਸ਼ਹਿਰ ਨਿਵਾਸੀ ਇੱਕ ਵਾਰ ਫਿਰ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹੀ ਉਮੀਦਵਾਰਾਂ ਦੇ ਸਿਰ ਦੇ ਉੱਪਰ ਹੱਥ ਰੱਖਣਗੇ, ਆਸ਼ੀਰਵਾਦ ਦੇਣਗੇ ਤਾਂ ਜੋ ਸ਼ਹਿਰ ਦੀ ਬਿਹਤਰੀ ਦੇ ਵਾਸਤੇ ਜਿਸ ਤਰ੍ਹਾਂ ਪਹਿਲਾਂ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਹੈ, ਇੱਕ ਵਾਰ ਫਿਰ ਤੋਂ ਅਸੀਂ ਸ਼ਹਿਰ ਦੀ ਸੇਵਾ ਕਰ ਸਕੀਏ ਔਰ ਜੋ ਵੀ ਪਿਛਲੇ 4 ਸਾਲਾਂ ਤੋਂ ਵਿਰੋਧੀਆਂ ਨੇ ਅੜਿੱਕਾ ਢਾਹ ਕੇ ਸ਼ਹਿਰ ਦੇ ਕੰਮਾਂ ਨੂੰ ਰੋਕਿਆ ਸੀ, ਉਹਨਾਂ ਨੂੰ ਨੇਪਰੇ ਚਾੜ੍ਹਨ ਦੇ ਵਿੱਚ ਮਾਣਯੋਗ ਜਥੇਦਾਰ ਤੋਤਾ ਸਿੰਘ ਦੀ ਅਗਵਾਈ ਦੇ ਵਿੱਚ ਇੱਕ ਵਾਰ ਫਿਰ ਤੋਂ ਅਸੀਂ ਇਹ ਸੇਵਾ ਜਿਹੜੀ ਸਾਨੂੰ ਸ਼ਹਿਰ ਨਿਵਾਸੀ ਬਖਸ਼ਣਗੇ। ਅਸੀਂ ਯਕੀਨ ਦਿਵਾਉਂਦੇ ਹਾਂ ਕਿ 24 ਘੰਟੇ ਦਿਨ ਰਾਤ ਉਹਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਰਹਿ ਕੇ ਅਸੀਂ ਤਨਦੇਹੀ ਦੇ ਨਾਲ ਸੇਵਾ ਨਿਭਾਵਾਂਗੇ। ਔਰ ਮੈਂ ਇੱਕ ਬੇਨਤੀ ਸਾਰਿਆਂ ਨੂੰ ਹੀ ਕਰਨਾ ਚਾਹੁੰਦਾ, ਸ਼ਹਿਰ ਨਿਵਾਸੀਆਂ ਨੂੰ ਵੀ ਔਰ ਸਾਰਿਆਂ ਨੂੰ, ਕਿ ਦੇਖੋ ਅਸੀਂ ਇਨਸਾਨ ਹਾਂ, ਕੰਮ ਕਰਦੇ ਹਾਂ, ਕਿਸੇ ਵੇਲੇ ਸਾਡੇ ਤੋਂ ਕੋਈ ਗਲਤੀ ਵੀ ਹੋ ਗਈ ਹੋਵੇ ਉਹਦੀ ਅਸੀਂ ਸਿਰ ਝੁਕਾ ਕੇ ਮਾਫੀ ਮੰਗਦੇ ਹੋਏ ਇੱਕ ਵਾਰ ਯਕੀਨ ਦਿਵਾਉਂਦੇ ਹਾਂ ਕਿ ਪੂਰੀ ਤਨਦੇਹੀ ਦੇ ਨਾਲ ਸ਼ਹਿਰ ਦੀ ਬਿਹਤਰੀ ਦੇ ਵਾਸਤੇ ਅਸੀਂ ਹਮੇਸ਼ਾ ਸੇਵਾ ਕਰਦੇ ਰਹਾਂਗੇ। ਸ਼੍ਰੋਮਣੀ ਅਕਾਲੀ ਦਲ ਜਿੰਦਾਬਾਦ, 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 ਜਥੇਦਾਰ ਤੋਤਾ ਸਿੰਘ ਜਿੰਦਾਬਾਦ, ਜਥੇਦਾਰ ਤੋਤਾ ਸਿੰਘ ਜਿੰਦਾਬਾਦ। ਵਿਕਾਸ ਦੀਆਂ ਗੱਲਾਂ ਵਾਰ-ਵਾਰ ਕਰਨ ਦਾ ਕੋਈ ਫਾਇਦਾ ਨਹੀਂ ਵੀ ਜਿਹੜਾ ਵਿਕਾਸ ਜਥੇਦਾਰ ਜੀ ਨੇ ਕਰਤਾ ਹੈ, ਨਾ ਕੋਈ ਵੀ ਆਪਣੇ ਹਲਕੇ 'ਚ ਐਮਐਲਏ ਆ ਜੇ, ਕੋਈ ਲੀਡਰ ਆ ਜੇ, ਜਥੇਦਾਰ ਜਿੰਨਾ ਕੋਈ ਵਿਕਾਸ ਨਹੀਂ ਕਰ ਸਕਦਾ, ਨਾ ਹੀ ਕਰਨਾ। ਨੰਬਰ 2 ਤੇ ਹਲਕੇ ਲੰਬੀ ਚੋਂ ਆਪਣੇ ਹਲਕੇ ਦਾ ਜਿੰਨਾ ਹਲਕਾ ਲੰਬੀ ਚੋਂ ਵਿਕਾਸ ਹੋਇਆ, ਦੂਜਾ ਨੰਬਰ ਆਪਣੇ ਹਲਕੇ ਦਾ। ਸਾਰੇ 117 ਹਲਕੇ ਨੇ, ਦੂਜੇ ਨੰਬਰ ਤੇ ਆਪਣਾ ਹਲਕਾ ਵਿਕਾਸ 'ਚ ਜਾਣਿਆ ਜਾਂਦਾ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਸੀ ਵੀ ਜਿੰਨੀਆਂ ਬਿਲਡਿੰਗਾਂ ਜਥੇਦਾਰ ਜੀ ਨੇ ਬਣਾ ਦਿੱਤੀਆਂ, ਜਿੰਨੇ ਸੈਕਟਰੀਏਟ ਬਣਾ ਦਿੱਤੇ ਨੇ, ਮੈਂ ਕਹਿਣਾ ਹਲਕਾ ਧਰਮਕੋਟ ਦੇ ਕੋਈ ਵੀ ਲੀਡਰ ਆਉਂਦਾ ਉਹਨਾਂ ਨੂੰ ਰੰਗ ਹੀ ਨਹੀਂ ਅਜੇ ਤੱਕ ਹੋ ਸਕਿਆ, ਕਿਉਂਕਿ ਸਰਕਾਰ ਜਾਣ 'ਚ ਸਾਰੇ ਕੋਈ 8-7 ਮਹੀਨੇ ਰਹਿ ਗਏ। ਬਾਕੀ ਸ਼ਹਿਰ ਕੋਟ ਹਿੱਸੇ ਖਾਂ ਦੀ ਗੱਲ ਵੀ ਸੁਣ ਲਓ, ਜੇ ਚੰਗੀ ਟੀਮ ਚੁਣੀ ਸੀ ਤੇ ਜਥੇਦਾਰ ਜੀ ਨੇ ਇੰਨਾ ਕੁ ਵਿਕਾਸ ਕਰਤਾ ਕਿ ਕਿਸੇ ਸ਼ਹਿਰ ਵਾਸੀ ਨੂੰ ਦੱਸਣ ਦੀ ਲੋੜ ਨਹੀਂ, ਸਾਰਿਆਂ ਦੇ ਅੱਖਾਂ ਦੇ ਸਾਹਮਣੇ ਆ। ਬਾਕੀ ਮੈਂ ਵੀਰੋ ਇੱਕ ਗੱਲ ਜ਼ਰੂਰ ਕਹਿਣੀ ਚਾਹਾਂਗਾ ਵੀ ਜਦੋਂ ਵੀ ਕੋਈ ਬੰਦਾ ਇਲੈਕਸ਼ਨ ਲੜਦਾ, ਜੇ ਆਪਾਂ ਕਹੀਏ ਸਰਕਾਰ ਦੇ ਉਲਟ ਇਲੈਕਸ਼ਨ ਨਹੀਂ ਲੜਨਾ, ਬਾਈ ਜੀ ਸਰਕਾਰ ਚਾਹੁੰਦੇ ਹੀ ਸਾਡੇ ਉਲਟ ਕਮੇਟੀਆਂ ਬਣਾ ਕੇ ਸਾਡੀਆਂ ਇਨਕੁਆਰੀਆਂ ਕਰਾਈਆਂ ਗਈਆਂ। ਤੁਹਾਨੂੰ ਤਾਂ ਵੀਰ ਜੀ ਕੋਸ ਪਤਾ ਨਹੀਂ, 7 ਬੰਦੇ ਮੇਰੇ ਪਿੰਡ ਟੀਮ ਲਾਈ ਸੀ, 7 ਨੇ 2 ਮਹੀਨੇ ਮੇਰੇ ਪਿੰਡ ਇਨਕੁਆਰੀ ਕੀਤੀ ਸੀ, ਪਰ ਫਿਰ ਵੀ ਹੌਸਲੇ ਨਹੀਂ ਛੱਡੇ। ਕਿਹਾ ਕੋਈ ਗੱਲ ਨਹੀਂ, ਸਮਾਂ ਆਉਂਦਾ ਉਹਦੇ 'ਚ ਐਨ ਕਲੀਨ ਚਿੱਟ ਲੈ ਕੇ ਨਿਕਲੇ ਆ। ਫਿਰ ਸਾਡਾ ਰਾਤ ਨੂੰ ਸਾਡੇ ਜਦੋਂ ਅਸੀਂ ਇਲੈਕਸ਼ਨ ਲੜਿਆ 2 ਵਜੇ ਸਾਡੇ ਕਾਗਜ਼ ਕੈਂਸਲ ਕਰਾ ਦਿੱਤੇ। ਚੇਅਰਮੈਨ ਤੇ ਦਾਤੇ ਵਾਲਾ ਇਕੱਠੇ ਸੀ, ਜੇ ਅਸੀਂ ਚਾਹੁੰਦੇ ਤੇ ਚੁੱਪ ਕਰਕੇ ਬਹਿ ਸਕਦੇ ਸੀ। ਸਾਨੂੰ ਵੀ ਪਤਾ ਸੀ ਸਾਡੇ ਇਲੈਕਸ਼ਨ ਤੇ 20-20 ਲੱਖ ਰੁਪਈਆ ਲੱਗਣਾ, ਅਸੀਂ 20-20 ਲੱਖ ਰੁਪਈਆ ਲਾਇਆ ਸੀ। ਸਾਨੂੰ ਲੋਕ ਕਹਿੰਦੇ ਤੁਸੀਂ ਇਲੈਕਸ਼ਨ ਨਾ ਲੜੋ, ਤੁਹਾਡੇ ਨਾਲ ਧੱਕਾ ਹੋਣਾ। ਫਿਰ ਕੀ ਜੇ ਹੋਇਆ, ਅੱਜ ਵੀ ਅਸੀਂ ਕਹਿੰਦੇ ਆ ਜੇ ਅਸੀਂ ਕੋਈ 10-20 ਵੋਟਾਂ ਤੇ ਰਾ ਦਿੱਤਾ, ਉਸ ਤੋਂ ਬਾਅਦ ਐਮਪੀ ਦਾ ਇਲੈਕਸ਼ਨ ਹੋਇਆ, ਅਸੀਂ ਆਪਦੇ ਪਿੰਡੋਂ 182 ਵੋਟਾਂ ਬਣਾਈਆਂ ਤੇ 250 ਦਾਤੇ ਵਾਲੇ ਨੇ ਵਧਾਈ ਹੈ। ਇੱਥੋਂ ਲੋਕਾਂ ਨੂੰ ਸਾਬਤ ਨਹੀਂ ਹੋਇਆ ਵੀ ਇਹ ਧੱਕਾ ਆ, ਪਰ ਕੋਈ ਗੱਲ ਨਹੀਂ, ਸਮਾਂ ਦਾ। ਮੈਂ ਸਾਰੇ ਜਿੰਨੇ ਐਮਸੀ ਇੱਥੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਨੇ, ਮੈਂ ਇੱਕ ਗੱਲ ਉਹਨਾਂ ਨੂੰ ਜ਼ਰੂਰ ਕਹਿਣੀ ਚਾਹਾਂਗਾ, ਜਾਂ ਤਾਂ ਇਲੈਕਸ਼ਨ 'ਚ ਖੜੋ ਨਾ, ਜੇ ਖੜਨਾ ਤੇ ਨਿਡਰ ਹੋ ਕੇ ਪੂਰਾ ਜ਼ੋਰ ਲਾ ਕੇ ਖੜੋ, ਕਿਉਂਕਿ ਮੁੱਲ ਉਹਦਾ ਹੀ ਦੇਣਾ ਜਿਹੜਾ ਔਖੇ ਸਮੇਂ ਪਾਰਟੀ ਨਾਲ ਖੜਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਿ ਜਿਵੇਂ ਤੁਸੀਂ ਪਹਿਲਾਂ ਤਨ ਮਨ ਧਨ ਦੇ ਨਾਲ ਸਾਥ ਦੇ ਕੇ ਚੰਗੀ ਟੀਮ ਚੁਣ ਕੇ ਸ਼ਹਿਰ ਦੀ ਬਿਹਤਰੀ ਦੇ ਵਿੱਚ ਹਿੱਸਾ ਪਾਇਆ ਸੀ, ਆਪਾਂ ਫਿਰ ਹੁਣ ਕਿਉਂਕਿ 14 ਫਰਵਰੀ ਦਾ ਜਿਹੜਾ ਨਗਰ ਕੌਂਸਲ ਚੋਣਾਂ ਦਾ ਐਲਾਨ ਹੋ ਚੁੱਕਾ ਹੈ, 14 ਫਰਵਰੀ ਨੂੰ ਵੋਟਾਂ ਪੈਣੀਆਂ, ਆਪਣੇ ਕੋਲ ਤਕਰੀਬਨ 26-27 ਦਿਨ ਦਾ ਸਮਾਂ ਹੈ, ਸੋ ਭਰਪੂਰ ਮਿਹਨਤ ਕਰਨ ਦੀ ਲੋੜ ਹੈ। ਪਰ ਮੈਨੂੰ ਪੂਰਾ ਯਕੀਨ ਹੈ ਕਿ ਜਿੱਦਾਂ ਤੁਸੀਂ ਪਹਿਲਾਂ ਸਾਡੇ ਸਿਰ ਤੇ ਹੱਥ ਰੱਖਿਆ, ਟੀਮ ਦੇ ਸਿਰ ਤੇ ਹੱਥ ਰੱਖਿਆ ਔਰ ਮਾਨਯੋਗ ਜਥੇਦਾਰ ਤੋਤਾ ਸਿੰਘ ਜੀ ਦਾ ਸਾਥ ਦੇ ਕੇ ਸ਼ਹਿਰ ਨੂੰ ਤੇ ਹਲਕਾ ਧਰਮਕੋਟ ਨੂੰ ਵਿਕਾਸ ਦੀਆਂ ਬੁਲੰਦੀਆਂ ਤੇ ਲਿਜਾਣ ਦੇ ਵਿੱਚ ਮਦਦ ਕੀਤੀ, ਤੁਸੀਂ ਹੁਣ ਵੀ ਸਾਰੇ ਉਸੇ ਤਰ੍ਹਾਂ ਹੀ ਆਪਣਾ ਜੋ ਕੀਮਤੀ ਸਮਾਂ ਜਾਂ ਕਿਸੇ ਤਰੀਕੇ ਦੇ ਨਾਲ ਵੀ
ਪਾਰਟੀ ਦੀ ਔਰ ਸਾਡੀ ਸਾਰਿਆਂ ਦੀ ਮਦਦ ਕਰਕੇ, ਕਿਉਂਕਿ ਆਪਾਂ ਸਾਰੇ ਭਰਾਵੀ ਤੌਰ ਤੇ ਇਸ ਸ਼ਹਿਰ ਦੇ ਵਿੱਚ ਵਿਚਰਦੇ ਆ। ਭਾਈਚਾਰਕ ਸਾਂਝ ਨੂੰ ਸਭ ਤੋਂ ਪਹਿਲਾਂ ਕਾਇਮ ਰੱਖਦੇ ਹੋਏ ਆਪਾਂ ਇਹ ਇਲੈਕਸ਼ਨ ਲੜਨਾ ਹੈ, ਕਿਉਂਕਿ ਮੈਂ ਦੇਖਿਆ ਪਿਛਲੇ ਸਮੇਂ ਦੇ ਵਿੱਚ ਜੋ ਇਲੈਕਸ਼ਨਾਂ ਹੋਈਆਂ ਉਹਨਾਂ ਵਿੱਚ ਬਹੁਤ ਧੱਕਾ ਕੀਤਾ ਗਿਆ, ਬਹੁਤ ਹੀ ਜ਼ੁਲਮ ਢਾਇਆ ਗਿਆ, ਪਰਚੇ ਵੀ ਹੋਏ। ਪਰ ਮੈਨੂੰ ਪਤਾ ਲੋਕਤੰਤਰ ਦੇ ਵਿੱਚ ਲੋਕ ਜੋ ਹੁੰਦੇ ਨੇ, ਜਿਨ੍ਹਾਂ ਨੂੰ ਵੋਟ ਦਾ ਅਧਿਕਾਰ ਹੈ, ਉਹ ਇਹਨਾਂ ਗੱਲਾਂ ਨੂੰ ਪਸੰਦ ਨਹੀਂ ਕਰਦੇਗੇ। ਸੋ ਮੈਂ ਤਾਂ ਹੁਣ ਵੀ ਵਿਰੋਧੀਆਂ ਪਾਰਟੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਔਰ ਆਪਦੇ ਸਾਰੇ ਸਾਥੀਆਂ ਨੂੰ ਬੇਨਤੀ ਕਰਨੀ ਚਾਹੁੰਦਾ ਕਿ ਆਪਾਂ ਭਾਈਚਾਰਕ ਸਾਂਝ ਨੂੰ ਕਾਇਮ ਰੱਖਦੇ ਹੋਏ ਇਸ ਇਲੈਕਸ਼ਨ ਨੂੰ ਲੜਨਾ ਹੈ ਔਰ ਫੈਸਲਾ ਜਨਤਾ ਨੇ ਕਰਨਾ ਹੈ ਜਾਂ ਉਸ ਪਰਮਪਿਤਾ ਪਰਮਾਤਮਾ ਦੇ ਹੱਥ ਹੁੰਦਾ ਹੈ ਜਿਸ ਨੂੰ ਸੇਵਾ ਬਖਸ਼ਣੀ ਹੈ। ਔਰ ਤੁਸੀਂ ਸਾਰੇ ਸਮਝਦਾਰ ਹੋ, ਜਨਤਾ ਨੂੰ ਆਪਾਂ ਇਹ ਸਮਝਾਉਣ ਦੀ ਕੋਸ਼ਿਸ਼ ਕਰਨੀ ਹੈ ਕਿ ਜਿਹਨੇ ਵਿਕਾਸ ਕੀਤਾ ਹੈ, ਜਿਹਨੇ ਕੰਮ ਕੀਤਾ ਹੈ, ਜਾਂ ਜਿਹੜਾ ਕੋਈ ਕੰਮ ਕਰਨਾ ਚਾਹੁੰਦਾ ਹੈ ਜਾਂ ਸੇਵਾ ਕਰਨ ਦੇ ਕਾਬਿਲ ਹੈ, ਆਪਾਂ ਉਸ ਨੂੰ ਅੱਗੇ ਲੈ ਕੇ ਆਈਏ। ਮੈਂ ਇਹ ਨਹੀਂ ਕਹਿੰਦਾ ਸਾਡੇ ਕੋਲ ਕੰਮ ਕਰਦੇ ਅਸੀਂ ਇਨਸਾਨ ਆ, ਤੁਹਾਡੇ ਵਰਗੇ ਆ, ਤੁਹਾਡੇ ਬੱਚੇ ਆ, ਸਾਡੇ ਕੋਲੋਂ ਵੀ ਗਲਤੀਆਂ ਹੁੰਦੀਆਂ ਹੋਣਗੀਆਂ। ਮੈਂ ਉਹਨਾਂ ਗਲਤੀਆਂ ਦੀ ਵੀ ਸਿਰ ਝੁਕਾ ਕੇ ਮਾਫੀ ਮੰਗਣੀ ਚਾਹੁੰਦਾ ਜੇ ਕਿਸੇ ਕੋਲੋਂ ਜਾਣੇ 'ਚ ਗਲਤੀ ਹੋਈ ਹੋਵੇ। ਪਰ ਹੁਣ ਇਹ ਸਮਾਂ ਆ ਗਿਆ ਆਪਾਂ ਨੂੰ ਇਕਮੁੱਠ ਹੋ ਕੇ ਇੱਕ ਵਾਰ ਫਿਰ ਤੋਂ ਸ਼ਹਿਰ ਦੀ ਬਿਹਤਰੀ ਵਾਸਤੇ ਔਰ ਜੋ ਆਪਣੇ ਪਿਛਲੇ ਪੈਂਡਿੰਗ ਕੰਮ ਪਿਛਲੇ 4 ਸਾਲ ਦੇ ਵਿੱਚ ਜੋ ਵਿਕਾਸ ਦੀ ਨੇਰੀ ਪਹਿਲਾਂ 2 ਸਾਲ ਚੱਲੀ ਉਹਨੂੰ ਜੋ ਖੜੋਤ ਆਈ, ਕਿਉਂਕਿ ਵੇਖੋ ਪੈਸਾ ਜਿਹੜਾ ਉਹ ਸ਼ਹਿਰ ਵਾਸੀਆਂ ਦਾ, ਤੁਹਾਡਾ ਪੈਸਾ, ਤੁਹਾਡੇ ਟੈਕਸਾਂ ਦਾ ਪੈਸਾ। ਆਪਾਂ ਨੂੰ ਸਰਕਾਰ ਕੋਲ ਕੋਈ ਬਾਹਲੀ ਮਦਦ ਨਹੀਂ ਮਿਲੀ, ਹੁਣ ਵੀ ਨਹੀਂ ਮਿਲੀ ਪਿਛਲੇ 4 ਸਾਲਾਂ ਦੇ ਵਿੱਚ। ਪਰ ਜਿਸ ਦਿਨ ਆਪਣਾ 8 ਮਾਰਚ ਨੂੰ ਸਮਾਂ ਖਤਮ ਹੋਇਆ ਉਸ ਦਿਨ ਤਕਰੀਬਨ 5.5-6 ਕਰੋੜ ਰੁਪਇਆ ਬੈਂਕਾਂ ਦੇ ਵਿੱਚ ਆਪਣੀਆਂ ਮੈਂ ਛੱਡ ਕੇ ਗਿਆ, ਕਿਉਂਕਿ ਸ਼ਹਿਰ ਵਾਸੀਆਂ ਦਾ ਪੈਸਾ ਸੀ। ਇਹਨਾਂ ਨੇ ਮੈਨੂੰ ਲੋਨ ਨਹੀਂ ਦਿੱਤਾ। 4 ਸਾਲ 3.5 ਸਾਲ ਝੂਠੇ ਪਰਚੇ, ਝੂਠੀਆਂ ਦਰਖਾਸਤਾਂ। ਕਿਉਂਕਿ ਜੇ ਵੇਖੋ ਆਪਣੇ 'ਚ ਕੋਈ ਕਮੀ ਹੁੰਦੀ ਜਾਂ ਆਪਾਂ ਕੋਈ ਪਾਪ ਕਮਾਇਆ ਹੁੰਦਾ ਜਾਂ ਆਪਾਂ ਕੋਈ ਧੋਖਾਧੜੀ ਕੀਤੀ ਹੁੰਦੀ ਤੇ ਫਿਰ ਆਪਾਂ ਬਚ ਨਹੀਂ ਸਕਦੇ ਸੀ। ਸੋ ਇਸ ਕਰਕੇ ਇੰਨੀਆਂ ਝੂਠੀਆਂ ਦਰਖਾਸਤਾਂ, ਇੰਨਾ ਝੂਠਾ ਕੁਫਰ ਤਬਾਨ ਤੋਲਣ ਦੇ ਬਾਵਜੂਦ ਵੀ ਆਪਾਂ ਨੂੰ ਪ੍ਰਮਾਤਮਾ ਨੇ ਔਰ ਤੁਹਾਡੇ ਆਸ਼ੀਰਵਾਦ ਨਾਲ ਤੱਤੀ ਵਾਹ ਨਹੀਂ ਲੱਗੀ। ਸੋ ਇਹੀ ਇਸ ਗੱਲ ਦਾ ਪ੍ਰਮਾਣ ਹੈ ਕਿ ਆਪਾਂ ਸੱਚਾਈ ਨਾਲ ਕੰਮ ਕੀਤਾ ਔਰ ਮੈਂ ਤੁਹਾਨੂੰ ਇਸ ਗੱਲ ਦਾ ਯਕੀਨ ਦਿਵਾਉਣਾ, ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਜਾਣ ਕੇ ਕਹਿਣਾ ਕਿ ਜਿੰਨਾ ਚਿਰ ਮੇਰੇ ਸਾਹ ਦੇ ਵਿੱਚ ਸਾਹ ਨੇ, ਮੇਰੇ ਚ ਖੂਨ ਦਾ ਕਤਰਾ ਬਾਕੀ ਹੈ, ਮੈਂ ਕੋਟ ਸਿੰਘਾਂ ਸਦਾ ਨਹੀਂ ਰਹੂੰਗਾ। ਬਹੁਤ ਬਹੁਤ ਧੰਨਵਾਦ। ਸਾਰਿਆਂ ਨੇ ਚੋਣਾਂ ਦੇ ਸੰਬੰਧ ਵਿੱਚ ਆਪ ਜੀ ਨੂੰ ਵਿਸਤਾਰ ਨਾਲ ਦੱਸਿਆ। ਚੋਣਾਂ ਦਾ ਜਿਹੜਾ ਡੰਕਾ ਵੱਜ ਚੁੱਕਾ ਔਰ ਇਸ ਵਾਸਤੇ ਅਸ਼ਵਨੀ ਕੁਮਾਰ ਪਿੰਟੂ ਜੀ ਦਾ, ਪ੍ਰਧਾਨ ਜੀ ਦਾ ਮੈਂ ਤਹਿ ਦਿਲੋਂ ਧੰਨਵਾਦੀ ਹਾਂ ਕਿ ਤੁਹਾਨੂੰ ਸੱਦ ਕੇ, ਸਾਨੂੰ ਸੱਦ ਕੇ ਇਹ ਅਹਿਮ ਵਿਚਾਰਾਂ ਕਰਨ ਦਾ ਮੌਕਾ ਦਿੱਤਾ। ਭਰਾਵੋ, ਉਹਨਾਂ ਲੋਕਾਂ ਦੀ ਕਦਰ ਹੁੰਦੀ ਆ ਜਿਹੜੇ ਲੋਕਾਂ ਦੀ ਨਬਜ਼ ਨੂੰ ਪਛਾਣਦੇ ਹਨ। ਉਹਨਾਂ ਲੋਕਾਂ ਦਾ ਮੁੱਲ ਪੈਂਦਾ ਜਿਹੜੇ ਲੋਕ ਪਬਲਿਕ ਦੀ ਔਰ ਲੀਡਰ ਦੀ ਪਰਖ ਦੇ ਵਿੱਚ ਪੂਰੇ ਉਤਰਨ। ਪ੍ਰਧਾਨ ਜੀ ਨੇ ਤੇ ਜਥੇਦਾਰ ਤੋਤਾ ਸਿੰਘ ਜੀ, ਸਾਬਕਾ ਖੇਤੀਬਾੜੀ ਮੰਤਰੀ ਪੰਜਾਬ, 2-4 ਦਿਨਾਂ ਦੇ ਵਿੱਚ ਉਮੀਦਵਾਰ ਡਿਕਲੇਅਰ ਕਰ ਦੇਣੇ। ਪਰ ਉਮੀਦਵਾਰਾਂ ਨੂੰ ਮੇਰੀ ਹੱਥ ਬੰਨ੍ਹ ਕੇ ਬੇਨਤੀ ਆ ਕਿ ਤੁਸੀਂ ਸ਼੍ਰੋਮਣੀ ਅਕਾਲੀ ਦਲ ਦੇ ਸਿਪਾਹ ਸਲਾਰ ਲੀਡਰ ਬਣਨਾ ਔਰ ਉਹਦੇ ਵਿੱਚ ਕਿਤੇ ਵੀ ਤੁਸੀਂ ਇਲੈਕਸ਼ਨ ਦੇ ਵਿੱਚ ਕਮਜ਼ੋਰੀ ਨਹੀਂ ਦਿਖਾਉਣੀ। ਇਲੈਕਸ਼ਨ ਆਪਾਂ ਜਿੱਤਣਾ, ਕੋਈ ਲੜਨ ਦੀ ਲੋੜ, ਕੋਈ ਡਰਨ ਦੀ ਲੋੜ ਨਹੀਂ, ਕੋਈ ਧੱਕਾ ਨਹੀਂ ਹੋਣਾ। ਜੇ ਕੋਈ ਧੱਕਾ ਕਰੂਗਾ ਆਪਾਂ ਹੋਣ ਨਹੀਂ ਦੇਣਾ, ਕਿਸੇ ਗੱਲੋਂ ਬੇਫਿਕਰ। ਪਰ ਆਪਾਂ ਇਹ ਨਹੀਂ ਕਰਨਾ ਕਿ ਅਸੀਂ ਜਾਨ ਬਚਾਉਣੀ ਆ, ਅਸੀਂ ਕਿਸੇ ਦੇ ਅੱਗੇ ਆਉਣਾ ਨਹੀਂ ਗਾ। ਕਿਉਂਕਿ ਜਦੋਂ ਜੰਗ ਚੱਲਦੇ ਆ, ਜੰਗਾਂ ਦੇ ਵਿੱਚ ਜੇ ਜਰਨੈਲ ਲੁਕਣ ਮੀਟੀ ਖੇਡਣ ਲੱਗ ਪਏ ਤੇ ਫਿਰ ਫੌਜਾਂ ਹਾਰ ਮੰਨ ਕੇ ਪਿਛਾਂਹ ਨੂੰ ਭੱਜ ਪੈਂਦੀਆਂ। ਸਾਨੂੰ ਗੁਰੂ ਸਾਹਿਬ ਦਾ ਹੁਕਮ ਹੈ ਵੀ ਨਾ ਜ਼ੁਲਮ ਕਰਨਾ, ਨਾ ਜ਼ੁਲਮ ਸਹਿਣਾ। ਹੁਣ ਪਰਖ ਦੀ ਘੜੀ ਆ। ਉਸ ਵੇਲੇ ਗੁਰੂ ਸਾਹਿਬ ਨੇ ਇੱਕ ਸਾਨੂੰ
जज्बे भरिया नारा दिता ही, सूरा सो पहचानिए जो लरे दीन के हेत, पुरजा पुरजा कट मरे कबू न छाड़े खेत। भरावो 4 साल का तुसी मौका जिहड़ा निकम्मे मुख मंत्री का, जिहड़ा कांस का अमरिंदर ते जिहड़ा इत्थों का नलायक विधायक आ, ਉਹਦਾ ਤੁਸੀਂ ਵੇਖਿਆ। ਜਿਹੜਾ ਬੰਦਾ ਪਿੰਡ ਦੀ ਸਰਪੰਚੀ ਦੇ ਕਾਬਲ ਨਹੀਂ ਹੁੰਦਾ, ਲੋਕਾਂ ਨੇ ਚੁੱਕ ਕੇ ਉਹਨੂੰ ਐਮਐਲਏ ਬਣਾਤਾ। ਮੈਨੂੰ ਦੱਸਿਆ ਕਿਸੇ ਵੀਰਾਂ ਨੇ ਵੀ ਪਰਸੋਂ ਚੌਥੇ ਇੱਥੇ ਆਇਆ ਸੀ, ਡਰਾਮਾ ਜਿਹਾ ਕਰਦਾ ਸੀ ਕਿ ਜਹੇਦਾਰਾਂ ਨੂੰ ਪਿੰਡ ਦੇ ਵਿੱਚ ਨਹੀਂ ਵੜਨ ਦੇਣਾ। ਜਹੇਦਾਰ ਕਿਸੇ ਪਿੰਡ 'ਚ ਦੱਸੇ ਵਿਕਾਸ ਕਿੱਥੇ ਹੋਇਆ, ਮੇਰੇ ਨਾਲ ਖੁੱਲੀ ਬਹਿਸ ਕਰੇ। ਇਹ ਉਹ ਨਲਾਇਕ ਵਿਧਾਇਕ ਦੀ ਸ਼ਬਦ ਸੀਗੇ। ਉਹ ਤੂੰ ਤਾਂ ਜਹੇਦਾਰ ਦੇ ਪੈਰ ਵਰਗਾ ਵੀ ਨਹੀਂਗਾ, ਤੂੰ ਜਹੇਦਾਰ ਦਾ ਕੀ ਮੁਕਾਬਲਾ ਕਰੇਗਾ? ਮੇਰਾ ਖੁੱਲਾ ਚੈਲੰਜ ਆ ਤੈਨੂੰ, ਤੂੰ ਮੇਰੇ ਨਾਲ ਬਹਿ ਕੇ ਬਹਿਸ ਕਰ ਲੈ, ਕਿਹੜੇ ਪਿੰਡ ਦੀ ਕਰਨੀ। ਕਿੰਨਾ ਪੈਸਾ ਜਹੇਦਾਰ ਨੇ ਦਿੱਤਾ, ਕਿੰਨਾ ਲੱਗਾ ਤੇ ਤੂੰ ਕਿੰਨਾ ਦਿੱਤਾ? ਇਹਨੂੰ ਸ਼ਰਮ ਆਉਣੀ ਚਾਹੀਦੀ ਆ। ਜਦੋਂ ਇਹਨੇ ਸਰਪੰਚ ਬਣਾਏ ਸੀ 3 ਲੱਖ ਤੋਂ ਲੈ ਕੇ 30 ਲੱਖ ਰੁਪਏ ਤੱਕ ਸਰਪੰਚਾਂ ਦਾ ਮੁੱਲ ਵੱਟਿਆ ਸੀ। ਜੋ ਮਰਜ਼ੀ ਮੈਨੂੰ ਕਰਨਾ ਪਵੇ, ਜਦੋਂ ਤੁਸੀਂ ਕਰ ਸਕਦੇ ਹੋ ਮੈਨੂੰ ਦੱਸੋ, ਤੇ ਨਹੀਂ ਤਾਂ ਮੈਨੂੰ ਭਾਵੇਂ ਉਹ ਆਪਣਾ ਨਿਤਨ ਗਡਕਰੀ ਟਰਾਂਸਪੋਰਟ ਮੰਤਰੀ ਕਹਿੰਦੇ ਮੈਨੂੰ ਉਹਦੇ ਘਰੇ ਨਾ ਜਾਣਾ ਪਵੇ ਦਿੱਲੀ, ਵੀ ਮੈਂ ਸ਼ਹਿਰ ਨਹੀਂ ਆਉਂਦਾ। ਲੋਕ ਉੱਤੇ ਉਹ ਕਹਿਣ ਜੀ ਇੱਦਾਂ ਜੀ, ਕਹਿੰਦੇ ਤੁਸੀਂ ਮੈਨੂੰ ਅੱਛਾ ਦੱਸੋ। ਉਹ ਕਹਿੰਦਾ ਜੀ ਅੱਛਾ ਇੱਦਾਂ ਬਣਿਆ ਜੀ, 90 ਫੁੱਟ ਪਾਸ ਕਰਦੀ ਹੈ, 12 ਫੁੱਟ ਦਾ ਡਿਵਾਈਡਰ ਹੈ ਵਿੱਚ, ਤੇ ਜਗ੍ਹਾ ਆਪਣੇ ਕੋਲ ਪਤਾ ਨਹੀਂ 87 ਫੁੱਟ ਕਿੰਨੀ ਉਹਨਾਂ ਨੂੰ ਐਗਜ਼ੈਕਟ ਫਿਗਰ ਹੀ ਆ, ਮਤਲਬ ਕਿ 12-13 ਫੁੱਟ ਤੋਂ ਵੱਧ ਕਹਿਣਾ ਨਹੀਂ ਸੀ। ਆਂਦਾ ਮੈਂ ਨਹੀਂ ਜਾਣਦਾ, ਜੇ ਤਾਂ ਨਕਸ਼ਾ ਤੁਹਾਡੇ ਕੋਲ ਹੁੰਦਾ ਸਹੀ ਤੇ ਬਣਾ ਲਓ, ਨਹੀਂ ਤਾਂ ਮੈਂ ਦਿੱਲੀ ਚੱਲੂਗਾ, ਮੈਂ ਆਪੇ ਨਕਸ਼ਾ ਨਵਾਂ ਬਣਾ ਲਊਗਾ, ਮੈਂ ਦੁਕਾਨ ਇੱਕ ਨਹੀਂ ਟਾਈਮ ਜਾਣੀ। ਲੋਕ ਉਹ ਤੁਹਾਡੇ ਸਾਹਮਣੇ ਡਿਵਾਈਡਰ ਵੀ ਬਣ ਗਿਆ, ਦੁਕਾਨਾਂ ਵੀ, ਤੇ ਆਪਣੀ ਕਿਸੇ ਨੂੰ ਜਾਮ ਨਹੀਂ ਲੱਗੀ। ਮੇਰੇ ਕਹਿਣ ਤੋਂ ਭਾਵ ਹੈ ਵੀ ਇੱਥੇ ਲੋਕੀ ਗੱਲਾਂ ਕਰਦੇ ਸੀ, ਐਮਐਲਏ ਗੱਲਾਂ ਕਰਦਾ ਸੀ ਜੀ ਮੈਂ ਕਰਵਾਤਾ ਜੀ, ਮੈਂ ਸੜਕਾਂ ਕਰਾਤੀਆਂ, ਉਹ ਕਰਾਤੀਆਂ। ਉਹ ਪੰਚਾਇਤ ਦਾ ਮੁੜ ਕੇ ਫਿਰ ਬਿਆਨ ਇੱਕ ਦਿਨ ਆਇਆ, ਕਹਿੰਦੇ ਵੀ ਇਹ ਬਣਾਇਆ ਦੱਸ ਦੇਣਾ ਵੀ ਇਹ ਦਫ਼ਤਰ ਕਿੱਥੇ ਦਿੱਲੀ ਹੈਗਾ, ਜਿੱਥੋਂ ਕੰਮ ਹੋਣਾ ਤੇ ਜੋ ਕੰਮ ਅਸੀਂ ਦੇਣ ਦਾ। ਇਹੋ ਜਿਹੇ ਬਾਰੇ ਕੁਫਰ ਤੋਲਦੇ ਆ, ਵੱਡਾ ਕੁਫਰ ਬਾਰੇ ਹੁਣੇ ਤੋਲਿਆ। ਆਪ 16 ਦੇ ਵਿੱਚ ਆਪਣਾ ਸਾਡੇ ਪਾਰਟੀ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਆਏ, ਉਹ 25 ਕਰੋੜ 50 ਲੱਖ ਦਾ 52 ਲੱਖ ਦਾ ਸੀਵਰੇਜ ਨਹੀਂ ਪਤਾ ਰੱਖ ਕੇ ਗਿਆ ਸੀ। ਉਹ ਵਰਲਡ ਬੈਂਕ ਦਾ ਪੈਸਾ ਹੀ ਸੈਂਟਰ ਗੌਰਮੈਂਟ ਨੂੰ ਪੈਸਾ ਆਪਾਂ ਹੋਣਾ ਸੀਗਾ, ਪਾਸ ਕਰਵਾ ਕੇ ਸੈਂਟਰ ਗੌਰਮੈਂਟ ਨੂੰ ਨਹੀਂ ਪਤਾ ਰੱਖਦਾ। ਚਲੋ ਮਾੜੀ ਕਿਸਮਤ ਸਰਕਾਰ ਬਦਲ ਗਈ। ਅੱਛਾ ਜਦੋਂ ਸਰਕਾਰ ਬਦਲ ਜਾਏ ਤਾਂ ਸੈਂਟਰ ਸੂਬੇ ਦੀ ਸਰਕਾਰ ਨੂੰ ਪੈਸਾ ਲੈ ਕੇ ਆਉਣਾ ਹੁੰਦਾ, ਤੇ ਫਿਰ ਉਹ ਸ਼ਹਿਰ ਲੱਗਣਾ ਸੀ। ਉਹ ਆਪਣਾ ਸੀਵਰੇਜ ਜਿਹੜਾ ਪਾਸ ਹੋ ਚੁੱਕਾ ਸੀ, 4 ਸਾਲ ਹੋ ਗਏ ਇਹਨਾਂ ਕੋਲੋਂ ਪੈਸਾ ਲਿਆਂਦਾ ਨਹੀਂ ਹੈ। ਉਹ ਪ੍ਰੋਜੈਕਟ ਆਪਣਾ ਰੋਕ ਗਿਆ ਸੀਵਰੇਜ ਦਾ, ਨਹੀਂ ਤਾਂ ਹੁਣ ਦਾ ਸ਼ਹਿਰ ਸੀਵਰੇਜ ਬਣ ਗਿਆ ਤਾਂ ਬੱਲੇ ਬੱਲੇ ਹੋ ਗਏ ਸੀ। ਚਲੋ ਜੀ ਹੁਣ ਇਲੈਕਸ਼ਨ ਇਹਨਾਂ ਕੋਲ ਹੀ ਸਿਰ ਤੇ ਆ ਗਿਆ। ਜਿਵੇਂ ਹੁਣ ਉਹ ਸਾਡੇ ਕਿਤੇ ਕਮੇਟੀ ਦੇ ਪਾਸ ਕੀਤੇ ਕੰਮ 18-19 ਦੇ ਜਿਹੜੇ ਰੋਕੀ ਰੱਖੇ, ਉਹਨੂੰ ਜਾ ਕੇ ਵਿਧਾਇਕ ਵੀ ਬੜੇ ਹੁਣ ਸ਼ਾਨ ਦੇ ਨਾਲ ਪਰਦੇ 'ਚ ਖਿੱਚਦਾ, ਅਖਬਾਰਾਂ ਦੇ ਵੀ ਬੋਲਦਾ। ਜਿਵੇਂ ਚੀਮਾ ਰੋਡ ਤੇ ਅੰਕਲ ਜੇਕਰ ਸਿੰਘ ਨਾਰਾਇਣ ਖੜੇ ਨੇ, ਇਹਨਾਂ ਨੂੰ ਪਤਾ ਵੀ ਕਦੋਂ ਦੇ ਪਾਸ ਕੀਤੇ ਆ, ਕਿਵੇਂ ਰੁਕੇ, ਕਿਵੇਂ ਹੋਣਗਾ। ਹੁਣ ਨਵੇਂ ਜਾ ਕੇ ਫੀਤੇ ਖਿੱਚ ਕੇ ਕਹਿੰਦਾ ਮੈਂ ਕਰਨ ਲੱਗਾ ਵਾਂ। ਦੋ ਉਦੋਂ ਤੱਕ ਕਿਸੇ ਨੂੰ ਸ਼ਰਮ ਨਾ ਆਈ, ਇਹਨਾਂ ਨੂੰ 4 ਸਾਲ ਕੰਮ ਰੋਕਦੇ ਨੂੰ, ਤੇ ਅੱਜ ਹੁਣ ਫੀਤੇ ਕਰਦੇ ਫਿਰਦੇ ਟੱਕ ਲਾਉਂਦੇ ਫਿਰਦੇ ਜਾ ਕੇ ਸੜਕਾਂ ਦਾ ਵੀ ਅਸੀਂ ਕਰਾਉਂਦੇ ਪਏ ਆ। ਸੋ ਗੱਲ ਮੈਂ ਸੀਵਰੇਜ ਨਹੀਂ ਕਰਦਾ ਪਿਆ ਸੀ। ਪਿੱਛੇ ਜੇ ਇਹਨਾਂ ਲੋਕਾਂ ਲੀਡਰਾਂ ਦਾ ਅਖਬਾਰ 'ਚ ਬਿਆਨ ਆ ਗਿਆ ਕਿ ਅਸੀਂ ਜੀ 33 ਕਰੋੜ 87 ਲੱਖ ਦਾ ਵਿਧਾਇਕ ਨੇ ਕਰਕੇ ਤੇ ਸੀਵਰੇਜ ਪਾਸ ਕਰਾਤਾ। ਮੈਂ ਇਹਨਾਂ ਨੂੰ ਚੈਲੰਜ ਕਰਦਾ ਅੱਜ ਸਾਰੀ ਪ੍ਰੈਸ ਦੇ ਵਿੱਚ ਵੀ ਔਰ ਤੁਹਾਡੇ ਸਾਹਮਣੇ ਵੀ, ਇਹ ਉਹੀ ਪ੍ਰੋਜੈਕਟ ਜਿਹੜਾ 25 ਕਰੋੜ 52 ਲੱਖ ਦਾ ਸੀ, ਸਾਲ ਬਾਅਦ ਆਪ 4 ਸਾਲ ਬਾਅਦ 5 ਸਾਲ ਬਾਅਦ ਰਿਵਾਈਜ਼ ਹੋਇਆ ਉਹ ਪ੍ਰੋਜੈਕਟ, ਤੇ 33 ਕਰੋੜ 87 ਲੱਖ ਦਾ ਉਹੀ ਪ੍ਰੋਜੈਕਟ ਆਪਾਂ ਪਾਸ ਕੀਤਾ, ਕਰਵਾਇਆ ਹੋਇਆ। ਉਹ ਰਿਵਾਈਜ਼ ਕਰਕੇ ਅੱਜ ਦਾ ਮੁੱਲ 33 ਕਰੋੜ 87 ਲੱਖ ਹੋ ਗਿਆ। ਔਰ ਪੈਸਾ ਹੈ ਨਹੀਂ ਹਾਲੇ ਵੀ, ਜੇ ਪੈਸਾ ਉਠਾ ਦੇਣ ਕਿ 33 ਕਰੋੜ 87 ਲੱਖ ਰੁਪਏ ਨੇ ਕੋਈ ਲਿਆਂਦਾ ਜਿਹੜਾ ਕਿਤੇ ਵੋਟਾਂ ਕੋਲ ਸੀਵਰੇਜ ਪਾ ਦਾਂਗੇ ਤੇ ਮੈਂ ਸ਼ਹਿਰ ਛੱਡ ਦਾਂਗਾ। ਉਹ ਜਾਇਦਾਦ ਨੇ ਅਖਬਾਰ ਖਬਰ ਪੜੀ, ਉਹਨਾਂ ਨੇ ਐਕਸ਼ਨ ਸੀਵਰੇਜ ਬੋਰਡ ਨੂੰ ਫੋਨ ਲਾਇਆ,
ਵੀ ਤੁਸੀਂ ਕਿਹਾ ਵੀ ਤੁਹਾਡੇ ਲੀਡਰ ਤੋਂ ਬਿਆਨ ਦਿੰਦੇ ਮੈਂ 3387 ਦਾ ਸੀਵਰੇਜ ਬੜਾ ਕੁਛ ਸੀਗਾ ਤੇ ਉਹ ਫੰਡ ਆ ਗਏ ਨੇ। ਮੇਰਾ ਜਾਇਜ਼ਾ ਜੀ ਫੰਡ ਕਿੱਥੋਂ ਆਉਣੇ, ਕੋਈ ਫੰਡ ਨਹੀਂ ਆਏ। ਉਹ ਕਹਿੰਦੇ ਨਗਰ ਪੰਚਾਇਤ ਕੋਲ ਹੈਗੇ ਤੇ ਅਸੀਂ ਲਾ ਲੈਣੇ। ਜਾਇਜ਼ਾ ਜੀ ਲੀਡਰ ਫੋਨ ਵਾਲਿਆ ਇਹ ਸਭ 3387 ਲੱਖ ਰੁਪਇਆ ਤੁਸੀਂ ਤੁਹਾਡੇ ਲੀਡਰ ਤੇ ਬਿਆਨ ਦਿੰਦੇ ਬਣੇ ਤੇ ਤੁਸੀਂ ਦੱਸੋ। ਕਹਿੰਦਾ ਜੀ ਅਸੀਂ ਤਾਂ 10ਵਾਂ ਹਿੱਸਾ ਪਾਉਣਾ ਹੁੰਦਾ 3 ਕਰੋੜ, ਸਾਡੇ ਕੋਲ ਉਹ ਵੀ ਹੈ ਨਹੀਂ ਗਾ। ਤੇ ਮੈਨੂੰ ਦੱਸੋ ਕਿਹੜੀਆਂ ਮੋਟਰਾਂ ਤੋਂ ਵੈਸੇ ਵੀ ਪਾਣਗੇ। ਸੋ ਇਹਨਾਂ ਨੂੰ ਗੱਲ ਕਰਨ ਦੀ ਸ਼ਰਮ ਨਹੀਂ। ਮੇਰੇ ਗੱਲ ਕਰਨ ਤੋਂ ਭਾਵ ਹੈ ਕਿ ਤੁਹਾਨੂੰ ਐਗਜ਼ਾਮਪਲ ਦਿੱਤੀ ਹੈ ਵੀ ਕਿੱਡਾ ਵੱਡਾ ਕੰਮ ਜਾਇਦਾਦ ਜੀ ਨੇ ਫੋਨ ਤੇ ਹੀ ਆਪਣੇ ਸ਼ਹਿਰ ਨਿਵਾਸੀਆਂ ਕਰਾਇਆ। ਸੋ ਆਪਾਂ ਨੂੰ ਇਹ ਗੱਲ ਪ੍ਰੈਕਟੀਕਲੀ ਹੁਣ ਆਪਾਂ ਪਰਖੇ ਹੋਏ ਸਾਰੇ ਕੰਮ ਨੇ। ਤੁਹਾਡੇ ਚਰਨ 'ਚ ਇਹੀ ਬੇਨਤੀ ਹੈ ਕਿ ਆਪਾਂ ਇੱਕ ਵਾਰ ਫਿਰ ਤੋਂ ਜਿਹੜੀ ਟੀਮ ਹੋਵੇ ਚੁਣਨੀ। ਮੈਂ ਬੇਨਤੀ ਇਹ ਕਰਨੀ ਚਾਹੁੰਦਾ ਹੁਣ ਜੇ ਕੋਈ ਬੰਦਾ ਮੈਨੂੰ ਪਤਾ ਨਹੀਂ ਕੋਈ ਮਾਈਕ ਤੇ ਬੋਲਣਾ ਚਾਹੁੰਦਾ ਹੋਵੇ ਤੇ ਮੇਰੇ ਵੱਲੋਂ ਜੀ ਸਰ ਕੇ ਆ ਕੇ ਕੋਈ ਸੁਝਾਅ ਦੇਣਾ ਚਾਹੁੰਦਾ ਮਾਈਕ ਤੇ ਤਾਂ, ਤੇ ਨਹੀਂ ਤਾਂ ਫਿਰ ਮੈਂ ਆਪਣੇ ਫਾਦਰ ਸਾਹਿਬ ਨੂੰ ਬੇਨਤੀ ਕਰੂੰਗਾ ਕਿ ਉਹ ਸਾਰੇ ਆਏ ਹੋਏ ਲੀਡਰ ਸਾਹਿਬਾਨ ਦਾ ਔਰ ਸਾਰੇ ਧੰਨਵਾਦ ਵੀ ਕਰਨ ਤੇ ਸਾਰੇ। ਮੈਥੋਂ ਪਹਿਲਾਂ ਸਾਡੇ ਲੀਡਰ ਪ੍ਰਧਾਨ ਨੇ ਤੁਹਾਨੂੰ ਬਹੁਤ ਕੁਝ ਦੱਸਿਆ ਹੈ ਕਿ ਕਿਵੇਂ ਉਹਨਾਂ ਨੇ ਪਿਛਲੇ ਸਮੇਂ ਦੇ ਵਿੱਚ ਬੇਖੌਫ ਹੋ ਕੇ ਸੇਵਾ ਕੀਤੀ ਔਰ ਸ਼ਹਿਰ ਦੀ ਡਿਵੈਲਪਮੈਂਟ ਕਹਿਣ ਨੂੰ ਭਾਵੇਂ ਜੋ ਮਰਜ਼ੀ ਕਹੀ ਜਾਵੇ, ਅਕਾਲੀ ਸਰਕਾਰ ਦੇ ਵਿੱਚ ਮਾਣਯੋਗ ਸਤਿਕਾਰਯੋਗ ਜਥੇਦਾਰ ਸਰਦਾਰ ਤੋਤਾ ਸਿੰਘ ਜੀ ਦੀ ਰਹਿਨੁਮਾਈ ਹੇਠ ਜੋ ਕੋਟੀ ਸਿੰਘਾਂ ਦੀ ਡਿਵੈਲਪਮੈਂਟ ਹੋਈ ਹੈ ਉਹ ਤੋਂ ਤੁਸੀਂ ਭਲੀ ਭਾਂਤ ਜਾਣਦੇ ਹੋ। ਪਰ ਉਹ ਡਿਵੈਲਪਮੈਂਟ ਪਿੱਛੇ ਕਾਰਨ ਕੀ? ਕਿਉਂਕਿ ਤੁਸੀਂ ਬੜੇ ਸੂਝਵਾਨ ਵੋਟਰ, ਜਿਹੜੀ ਤੁਸੀਂ ਟੀਮ ਚੁਣੀ, ਬੜੇ ਜੁਝਾਰੂ ਜਿਹੜੇ ਵਰਕਰ ਸੀ ਉਹਨਾਂ ਨੂੰ ਤੁਸੀਂ ਅੱਗੇ ਲਾਇਆ। ਉਹਨਾਂ ਨੇ ਦਿਨ ਰਾਤ ਇੱਕ ਕਰਕੇ ਆਪਣੇ ਘਰਾਂ ਦੀ ਵੀ ਬੇਪਰਵਾਹੀ ਕਰਕੇ ਤੁਹਾਡੇ ਚਰਨਾਂ ਵਿੱਚ ਸੇਵਾ ਕੀਤੀ, ਜਿਹਦਾ ਪ੍ਰਤੱਖ ਸਬੂਤ ਹੈ। ਉਸ ਤੋਂ ਬਾਅਦ ਸਰਕਾਰ ਬਦਲੀ। ਸਰਕਾਰ ਬਦਲਦਿਆਂ ਸਾਰ ਜਿਹੜੇ ਕੁਝ ਕਾਂਗਰਸੀ ਵਰਕਰ ਸੀਗੇ ਉਹਨਾਂ ਨੇ ਸਵਾਲ ਜਵਾਬ ਵੀ ਕਰਨੇ ਸ਼ੁਰੂ ਕਰ ਦਿੱਤੇ ਕਿ ਅਕਾਲੀ ਦਲ ਨੇ ਕੀਤਾ ਕੀ। ਪਰ 4 ਸਾਲ ਲੰਘੇ ਨੇ। ਵੈਸੇ ਕਲੇਜੇ ਤੇ ਹੱਥ ਰੱਖ ਕੇ ਜ਼ਰੂਰ ਗੱਲ ਕਰਿਓ। ਤਕਰੀਬਨ ਡਿਵੈਲਪਮੈਂਟ ਵਾਲੀ ਤਾਂ ਗੱਲ ਕਿਤੇ ਹੀ ਰਹਿ ਗਈ। ਹਾਂ, ਰੌਲਾ ਰੱਪਾ ਜ਼ਰੂਰ ਪਾਇਆ, ਪਰਚੇ ਜ਼ਰੂਰ ਕੀਤੇ ਆ। ਪ੍ਰਧਾਨ ਸਾਹਿਬ ਦੇ ਨਾਲ ਹੀ ਮੈਂ ਵੀ ਪਰਚੇ ਹੀ ਸੀਗਾ। 307 ਦੇ ਪਰਚੇ ਕਰ ਦਿਓ, ਪਿੰਡਾਂ 'ਚੋਂ ਫੜ ਕੇ ਇਹਨੂੰ ਲਿਓ, ਬਾਹਰ ਕਰ ਲਓ, ਇਹਨੂੰ ਪਰਚੇ ਦਾ ਡਰਾਵਾ ਦੇ ਦਿਓ। ਮੈਂ ਇੱਕ ਇੱਥੇ ਗੱਲ ਤੁਹਾਨੂੰ ਜ਼ਰੂਰ ਕਹਿਣੀ ਚਾਹੁੰਦਾ ਹਾਂ, ਜੇ ਪ੍ਰਮਾਤਮਾ ਨੇ ਤੁਹਾਡੇ ਕਰਮਾਂ ਦੇ ਵਿੱਚ ਪਰਚਾ ਲਿਖਿਆ, ਜੇ ਤੁਹਾਡੇ ਘਰ ਦਾ ਕੋਈ ਨੁਕਸਾਨ ਲਿਖਿਆ, ਉਹ ਕੋਈ ਰੋਕ ਨਹੀਂ ਸਕਦਾ। ਜਿਹੜਾ ਬੰਦਾ ਨਤੜਕ ਹੋ ਕੇ ਲੜਦਾ ਹੈ ਉਹਨੂੰ ਲੋਕ ਯਾਦ ਕਰਦੇ ਨੇ। ਪਿੱਛੇ ਗੁਰੂਆਂ ਪੀਰਾਂ ਤੋਂ ਲੈ ਲਓ, ਜਿਨ੍ਹਾਂ ਨੇ ਪਰਿਵਾਰ ਵਾਰੇ ਨਤੜਕ ਹੋ ਕੇ ਲੜਾਈਆਂ ਲੜੀਆਂ, ਅੱਜ ਉਹਨਾਂ ਦੇ ਅੱਗੇ ਆਪਾਂ ਸਿਰ ਝੁਕਾਉਂਦੇ ਹਾਂ। ਸਮੇਂ ਤਾਂ ਉਦੋਂ ਵੀ ਬੜੇ ਔਖੇ ਸੀ। ਜਿਹੜਾ ਸਰਕਾਰਾਂ ਦੇ ਨਾਲ ਦਿਲੋਂ ਟੱਕਰ ਲੈ ਕੇ ਸੇਵਾ ਕਰਦਾ ਹੈ, ਲੋਕ ਉਹਦੇ ਨਾਂ ਨੂੰ ਜਾਣਦੇ ਵੀ ਹਨ ਤੇ ਸਤਿਕਾਰ ਵੀ ਕਰਦੇ ਹਨ। ਸੋ ਬੇਸ਼ੱਕ ਸਰਕਾਰ ਵਿਰੋਧੀ ਹੈ, ਸਰਕਾਰ ਨੇ ਵਿਰੋਧ ਕਰਨਾ, ਪਰ ਸਰਕਾਰ ਦੇ ਕੋਲ ਹੈ ਕੀ ਹੈ ਜਿਹੜਾ ਤੁਹਾਨੂੰ ਆ ਕੇ ਕਹੂਗੀ ਵੀ ਅਸੀਂ ਆਹ ਕੀਤਾ। ਆਪਣੇ ਇਲਾਕੇ ਦੇ ਵਿੱਚ ਜਦੋਂ ਮਾਣਯੋਗ ਜਥੇਦਾਰ ਤੋਤਾ ਸਿੰਘ ਜੀ ਆਉਂਦੇ ਸੀ ਤਾਂ ਆਪਾਂ ਇਹ ਕਹਿ ਸਕਦੇ ਕਿ ਪੰਜਾਬ ਸਰਕਾਰ ਤੁਰੀ ਫਿਰਦੀ ਸੀ ਆਪਣੇ ਇਲਾਕੇ ਦੇ ਵਿੱਚ। ਅਸੀਂ ਫਖਰ ਕਰਦੇ ਹਾਂ ਪਿੰਡਾਂ ਵਾਲੇ। ਠੀਕ ਹੈ, ਸਮਾਂ ਆਉਣ ਤੇ ਲੋਕਾਂ ਨੇ ਕਿਸ ਤਰ੍ਹਾਂ ਮੂੰਹ ਮੋੜ ਲਿਆ, ਪਰ ਪਿੰਡਾਂ ਦੇ ਵਿੱਚ ਕੁਝ ਉਹ ਰਾਹ ਸੀ, ਜਦੋਂ ਮਾੜਾ ਜਿਹਾ ਮੀਂਹ ਪੈਂਦਾ ਸੀਗਾ ਉਹਨਾਂ ਰਾਹਾਂ ਦੇ ਵਿੱਚੋਂ ਲੰਘਣਾ ਬੜਾ ਔਖਾ ਹੋ ਜਾਂਦਾ ਸੀ। ਕਿੱਥੇ ਖੜਵੰਜੇ ਨਹੀਂ ਲੱਗੇ, ਕਿੱਥੇ ਸੜਕਾਂ ਨਹੀਂ ਬਣੀਆਂ, ਕਿਹੜੇ ਸਕੂਲ ਅਪਗ੍ਰੇਡ ਨਹੀਂ ਹੋਏ, ਤੁਸੀਂ ਮੇਰੇ ਤੋਂ ਜ਼ਿਆਦਾ ਜਾਣਦੇ ਹੋ। ਤਕਰੀਬਨ ਮੈਂ ਚੰਡੀਗੜ੍ਹ ਜਾਣ ਦਾ ਕਿਤੇ ਟਾਈਮ ਮਿਲਦਾ ਸੀਗਾ। ਜਥੇਦਾਰ ਜੀ ਸਰੀਰ ਦਰਦ ਹੋਣ ਦੇ ਨਾਤੇ ਵੀ 1 ਮਿੰਟ ਵੀ ਕੁਰਸੀ ਤੇ ਬੈਠਣਾ ਮੁਨਾਸਬ ਨਹੀਂ ਸਮਝਦੇ ਕਿ ਮੇਰਾ ਜਿਹੜਾ ਇਲਾਕਾ ਹੈ ਬੜਾ ਬੈਕਵਰਡ ਇਲਾਕਾ ਹੈ। ਮੈਂ ਕੋਸ਼ਿਸ਼ ਕਰਨੀ ਹੈ ਕਿ ਇਹ ਬੈਕਵਰਡ ਜਿਹੜਾ ਉਹਨਾਂ ਦੇ ਵਾਰਡ ਲੱਗਿਆ ਹੋਇਆ ਲਾਉਣਾ ਲਾਇਆ। ਅਸੀਂ ਜੋ ਮੰਗਿਆ ਸਾਨੂੰ ਮੰਗਣਾ ਵੀ ਨਹੀਂ ਸੀ ਆਉਂਦਾ, ਜੋ ਅਸੀਂ ਮੰਗ ਸਕਦੇ ਵੀ ਨਹੀਂ ਸੀ ਜਥੇਦਾਰ ਜੀ ਨੇ ਉਹ ਦਿੱਤਾ। ਪ੍ਰਧਾਨ ਜੀ ਖੜੇ ਨੇ, ਪੰਚਾਇਤਾਂ ਸੀਗੀਆਂ, ਆਪਣੀ ਵੱਡੀ ਛਾਲ ਕੀ ਹੁੰਦੀ ਹੈ ਜੀ,
50 ਲੱਖ ਰੁਪਈਆ ਦੇ ਦਿਓ, ਕਰੋੜ ਦੇ ਦਿਓ ਜੀ, ਸਾਡਾ ਸ਼ਹਿਰ ਵੱਡਾ ਹੈ। ਪਰ ਜਥੇਦਾਰ ਜੀ ਦੀ ਜਿਹੜੀ ਸੋਚ ਸੀਗੀ, ਉਹਨਾਂ ਨੇ ਸੋਚਿਆ ਕਿ ਤੁਹਾਡਾ ਪੰਚਾਇਤਾਂ ਦੇ ਨਾਲ ਇਹ ਕੰਮ ਦਾ ਪੂਰਾ ਢਿੱਡ ਨਹੀਂ ਭਰ ਸਕਦਾ। ਮਿਊਨਿਸਪਲ ਕਮੇਟੀ ਬਣਾਈ, ਜਿਹੜੀ ਬਿਨਾਂ ਪੁੱਛੋ ਬਣਾਈ। ਉਹਦੇ ਵਿੱਚ ਤੁਹਾਨੂੰ ਵੀ ਪਤਾ ਹੈ ਕਿ ਜੋ ਕੁਝ ਹੋਇਆ, ਪ੍ਰਧਾਨ ਸਾਹਿਬ ਦੱਸਦੇ ਸੀਗੇ, ਮੇਰੇ ਜਦੋਂ ਮੈਂ ਪ੍ਰਧਾਨਗੀ ਤੋਂ ਹਟਿਆ ਤੇ 4-5 ਕਰੋੜ ਰੁਪਈਆ ਛੱਡ ਕੇ ਗਿਆ ਸੀਗਾ। ਉਹ ਤੁਸੀਂ ਹਿਸਾਬ ਕਿਤਾਬ ਲਾ ਲਓ ਵੀ ਉਹ ਕਿੱਥੇ ਕੋ ਲੱਗਾ ਜਾਂ ਕਿੱਥੇ ਰਹਿ ਗਿਆ। ਅੱਗੇ ਜੇ ਉਹਨਾਂ ਨੂੰ ਆਪਾਂ ਇਹੋ ਜਿਹਾ ਕਿਤੇ ਮੌਕਾ ਦਿੰਦੇ ਆ ਤੇ ਜੇ 5 ਕਰੋੜ ਉਹ ਨਹੀਂ ਲੱਭਾ, ਜਿਹੜਾ ਹੋਰ ਵੀ ਹੋਊਗਾ ਉਹ ਲੱਭਣਾ ਨਹੀਂ। ਸੋ ਸ਼ਹਿਰ ਨਿਵਾਸੀਓ, ਮੈਂ ਆਪ ਜੀ ਨੂੰ ਬੇਨਤੀ ਕਰਦਾ ਕਿ ਤੁਸੀਂ ਬੜੇ ਸਿਆਣੇ ਹੋ। ਅੱਜ ਕੱਲ੍ਹ ਹਰ ਇੱਕ ਬੰਦਾ ਸੋਸ਼ਲ ਮੀਡੀਆ ਨਾਲ ਜੁੜਿਆ ਹੋਇਆ ਹੈ, ਨਿੱਕੀ ਸਮਝ ਰੱਖਦਾ ਹੈ, ਕਿਉਂਕਿ ਜਿਹੜਾ ਕੋਈ ਲੀਡਰ ਹੁੰਦਾ ਹੈ ਜਾਂ ਕੋਈ ਪਾਰਟੀ ਦਾ ਮੋਹਤਬਰ ਹੁੰਦਾ ਹੈ, ਉਹਦਾ ਤਕਰੀਬਨ ਧਿਆਨ ਆਪਣੀ ਪਾਰਟੀ 'ਚ ਹੁੰਦਾ, ਉਹਨੂੰ ਸਾਰੀ ਵਾਹ ਕਰਦੇ ਆ ਵੀ ਪਾਰਟੀ 'ਚ। ਪਰ ਜਿਹੜਾ ਵਰਕਰ ਜਾਂ ਜਿਹੜਾ ਬੰਦਾ ਸੋਸ਼ਲ ਮੀਡੀਆ ਤੇ ਦੇਖਦਾ, ਉਹਨੂੰ ਹਰ ਇੱਕ ਪਾਸਿਓਂ ਪਤਾ ਲੱਗ ਜਾਂਦਾ ਹੈ ਵੀ ਫਲਾਨਾ ਬੰਦਾ ਵਧੀਆ ਹੈ, ਫਲਾਨੀ ਪਾਰਟੀ ਵਧੀਆ ਹੈ। ਔਰ ਜਿਹੜੀ ਅਕਾਲੀ ਦਲ ਦੀ ਪਾਰਟੀ ਸੀ, ਉਹਨੇ ਇੱਕ ਭਾਈਚਾਰਕ ਇਹੋ ਜਿਹੀ ਸਾਂਝ ਪੂਰੀ ਕੀਤੀ ਕਿ ਪਿੱਛੇ ਤੁਸੀਂ ਮਨ ਦੇ ਸਾਰੇ ਤਸੱਲੀਆਂ ਕਰਦੇ ਸੀ ਕਿ ਜੇਕਰ ਭਾਈਚਾਰਕ ਸਾਂਝ ਨੂੰ ਪੂਰਾ ਕਾਇਮ ਰੱਖ ਸਕਦਾ ਹੈ ਤਾਂ ਉਹ ਸ਼੍ਰੋਮਣੀ ਅਕਾਲੀ ਦਲ ਹੀ ਰੱਖ ਸਕਦਾ ਹੈ। ਮੇਰੇ ਸਤਿਕਾਰਯੋਗ ਵੀਰ ਪ੍ਰਧਾਨ ਜੀ ਪਿੰਟੂ ਜੀ, ਮੈਂ ਇਹਨਾਂ ਨੂੰ ਵੀ ਸ਼ਬਦ ਨਹੀਂ ਮੇਰੇ ਕੋਲ, ਮੈਂ ਇਹਨਾਂ ਨੂੰ ਕੀ ਕਵਾਂ। ਇਹਨਾਂ ਨੇ ਅਕਾਲੀ ਦਲ ਪਾਰਟੀ ਦੇ ਵਿੱਚ ਆ ਕੇ ਦਿਨ ਰਾਤ ਇੱਕ ਕਰਕੇ ਸ਼ਹਿਰ ਦੀ ਡਿਵੈਲਪਮੈਂਟ ਕਰਨ ਦੇ ਵਿੱਚ ਕੋਈ ਪਿੱਛੇ ਗੱਲ ਨਹੀਂ ਛੱਡੀ। ਸੋ ਇਹੋ ਜਿਹੇ ਜਿਹੜੇ ਨੌਜਵਾਨ ਧੜਕ ਆਗੂ ਹੁੰਦੇ ਹਨ, ਇਹ ਸਾਨੂੰ ਕਿਤੇ ਮਿਲਦੇ ਹਨ। ਪਰਮਾਤਮਾ ਨੇ ਬੜੀ ਕਿਰਪਾ ਕੀਤੀ ਹੈ, ਕਿਉਂਕਿ ਆਰਥਿਕ ਪੱਖ ਨਹੀਂ ਦੇਖਿਆ, ਕੋਈ ਪੱਖ ਵੀ ਨਹੀਂ ਦੇਖਿਆਗਾ, ਲੇਕਿਨ ਸੇਵਾ ਕਰਨ ਦਾ ਜਜ਼ਬਾ ਸੀ। ਤੁਹਾਡੀ ਸੇਵਾ ਕੀਤੀ ਹੈ ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਆਪ ਸਾਰੇ ਜਣੇ ਲੜ ਕੇ ਇਹ ਵੋਟਾਂ, ਕਿਉਂਕਿ ਡਰਨ ਦੀ ਲੋੜ ਨਹੀਂ ਹੈ। ਮੈਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕਾ, ਜੋ ਹੋਣਾ ਹੈ ਹੋ ਕੇ ਰਹਿਣਾ। ਜਿੰਨਾ ਮਰਜ਼ੀ ਪਿੱਛੇ ਹਟ ਲਓ, ਅੱਗੇ ਹਟ ਲਓ, ਇਲੈਕਸ਼ਨ ਨੂੰ ਸੂਰਮਿਆਂ ਨੂੰ ਲੜੋ ਤਾਂ ਜਿੱਤ ਤੁਹਾਡੀ ਜ਼ਰੂਰ ਹੋਵੇਗੀ। ਪਰ ਜੇ ਆਪਾਂ ਕਹਿੰਦੇ ਆ ਵੀ ਜੇ ਸਰਕਾਰ ਆ, ਫਲਾਨਾ ਸਰਕਾਰ ਆ, ਸਮੂਗਾ ਕੁਝ ਨਹੀਂ ਆ, ਪਰਚੇ ਪਤਾ ਨਹੀਂ ਕਿੰਨੇ, ਮੇਰੇ ਤਾਂ 2-3 ਵੀ ਹੋ ਗਏ ਆ, ਕੁਝ ਨਹੀਂ ਹੁੰਦਾਗਾ ਪਰਚਿਆਂ ਦੇ ਨਾਲ। ਐਵੇਂ ਡਰਨ ਦੀ ਲੋੜ ਨਹੀਂ। ਇਹ ਡਰਾਉਂਦੇ ਜ਼ਰੂਰ ਅਸੀਂ ਇਹ ਕਰ ਦਿਆਂਗੇ, ਅਸੀਂ ਪ੍ਰਧਾਨ ਨੂੰ ਪਿੰਡ ਕੋਟ ਹਿੱਸੇ ਕਾ ਚੜਾ ਦਿਆਂਗੇ, ਇਹ ਸਾਡਾ ਪ੍ਰਧਾਨ ਇੱਥੇ ਹੀ ਗੱਜਦਾ ਰਹੂਗਾ, ਕਿਤੇ ਭੁਲੇਖੇ 'ਚ ਨਾ ਰਹੋ। ਸਮੁੱਚੀ ਅਕਾਲੀ ਦਲ ਦੀ ਪਾਰਟੀ ਤੁਹਾਡੇ ਨਾਲ ਆ। ਜਹੇਦਾਰ ਜੀ ਵਰਗੇ ਜਿਹੜੇ ਸਿਆਣੇ ਤੇ ਸੂਝਵਾਨ ਲੀਡਰ, ਉਹ ਤੁਹਾਡੇ ਨਾਲ ਹਨ। ਸੋ ਡਰਨ ਦੀ ਲੋੜ ਨਹੀਂ। ਸਮਾਂ ਜਦੋਂ ਤਰੀਕ ਮਿਥੀ ਗਈ ਹੈ, ਇੱਕ ਵੋਟ ਆਪਾਂ ਕੱਢ ਕੇ ਜਿਹੜੇ ਆਪਣੇ ਪਾਰਟੀ ਲੀਡਰ ਚੁਣੇ ਜਾਂਦੇ ਹਨ, ਉਹਨਾਂ ਨੂੰ ਆਪਾਂ ਇੱਕ ਵੋਟ ਪਾਉਣੀ ਆ। ਟਿਕਟਾਂ ਵੰਡਦੇ ਆ,